ਮੁੱਲ ਨਾ ਮਿਲੈ ਅਮੋਲ, ਨਾ ਕੀਮਤ ਪਾਈਐ। ਪਾਏ ਤਰਾਜੂ ਤੋਲ, ਨਾ ਅਤੁੱਲ ਤੁਲਾਈਐ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਗੁਰਮੁਖ ਪੰਥ ਦੀ ਗੱਲ ਕੀਤੀ ਹੈ। ਪੰਥ ਦਾ ਮਤਲਬ ਵੈਸੇ ਹੁੰਦਾ ਹੈ ਰਸਤਾ। ਜਿੱਥੇ ਅਸੀਂ ਤੁਰਦੇ ਹਾਂ ਉਹਨੂੰ ਕਿਹਾ ਜਾਂਦਾ ਹੈ ਪੰਥ ਜਾਂ ਪੰਧ ਕਿਹਾ ਜਾਂਦਾ ਹੈ। ਔਰ ਇੱਕੋ ਹੀ ਰਸਤੇ ਦੇ ਉੱਤੇ ਜਦੋਂ ਕਈ ਜਾਣੇ ਤੁਰਦੇ ਹੋਣ ਤੇ ਉਹਨੂੰ ਕਿਹਾ ਜਾਂਦਾ ਹੈ ਪੰਥੀ। ਸਾਰੇ ਰਸਤੇ ਦੇ ਉੱਤੇ ਚੱਲਣ ਵਾਲੇ ਜਾਂ ਵਾਟੀ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ, ਜਿਨ੍ਹਾਂ ਦੀ ਮੰਜ਼ਿਲ ਇੱਕੋ ਹੋਵੇ। ਗੁਰਬਾਣੀ ਦੇ ਵਿੱਚ ਪੰਥਾ ਪ੍ਰੇਮ ਨਾ ਜਾਣਈ, ਭੂਲੀ ਫਿਰੈ ਗਵਾਰ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਾਂ ਜਪਜੀ ਸਾਹਿਬ ਦਾ ਅਸੀਂ ਬੋਲ ਪੜ੍ਹਦੇ ਹਾਂ ਕਿ ਜਿਹੜਾ ਬੰਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮੰਨ ਲੈਂਦਾ ਹੈ, ਮੰਨੈ ਮਗ ਨਾ ਚੱਲੈ ਪੰਥ, ਉਹ ਆਪਣੇ ਆਪਣੇ ਮਤਲਬ ਦੇ ਵੱਖਰਿਆਂ ਵੱਖਰਿਆਂ ਰਸਤਿਆਂ ਦੇ ਉੱਤੇ ਨਹੀਂ ਤੁਰਦਾ। ਪੰਥ ਦਾ ਮਤਲਬ ਹੋ ਗਿਆ ਰਸਤਾ। ਇਸ ਰਸਤੇ ਦੇ ਉੱਤੇ ਤੁਰਨ ਵਾਲੇ, ਜਿੱਦਾਂ ਇੱਕ ਰਸਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੈ, ਅਸੀਂ ਉਸ ਰਸਤੇ ਨੂੰ ਫੋਲੋ ਕਰਦੇ ਹਾਂ, ਉਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਦੁਨੀਆ ਦੇ ਬੜੇ ਬੰਦੇ ਇਸ ਗੱਲ ਨੂੰ ਕਹਿੰਦੇ ਨੇ ਕਿ ਮੈਂ ਆਪਣੀ ਮਰਜ਼ੀ ਦੇ ਰਸਤੇ ਦੇ ਉੱਤੇ ਤੁਰਦਾ ਹਾਂ, ਪਰ ਅਸਲ ਦੇ ਵਿੱਚ ਉਹ ਕਿਸੇ ਨਾ ਕਿਸੇ ਬਣਾਏ ਰਸਤੇ ਦੇ ਉੱਤੇ ਹੀ ਚੱਲ ਰਹੇ ਹੁੰਦੇ ਨੇ। ਉਹਨਾਂ ਤੋਂ ਪਹਿਲਾਂ ਹੀ ਸਾਰਿਆਂ ਨੇ ਸਾਰਾ ਕੁਝ ਕਰ ਲਿਆ ਹੁੰਦਾ ਹੈ। ਹਰ ਇੱਕ ਜਾਣਾ ਦੋ ਤਰੀਕਿਆਂ ਦੀ ਜ਼ਿੰਦਗੀ ਜੀਂਦਾ ਹੈ। ਦੋ ਰਸਤੇ ਮੁੱਖ ਤੌਰ ਦੇ ਉੱਤੇ ਨੇ। ਇੱਕ ਤੇ ਰਸਤਾ ਇਹ ਹੈ ਜਿਹੜਾ ਇਹ ਕਹਿੰਦਾ ਹੈ ਵੀ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਅਦਬ ਦੇ ਨਾਲ ਜੀਓ, ਡਰ ਦੇ ਨਾਲ ਜੀਓ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਮੰਨ ਕੇ ਤੇ ਫਿਰ ਜੀਓ। ਇੱਕ ਇਹ ਰਸਤਾ ਹੈ। ਇੱਕ ਰਸਤਾ ਬਿਲਕੁਲ ਇਹਦੇ ਤੋਂ ਉਲਟ ਹੈ ਔਰ ਇਹ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਰਿਹਾ ਹੈ। ਔਰ ਅੱਜ ਨਹੀਂ, ਅੱਜ ਤੋਂ ਲਗਭਗ ਇਹ 2000 ਸਾਲ ਪਹਿਲਾਂ, 2500 ਸਾਲ ਪਹਿਲਾਂ ਵੀ ਪ੍ਰਚਲਿਤ ਰਿਹਾ ਹੈ। ਇਹ ਨਵੀਂ ਖੇਡ ਨਹੀਂ ਹੈ। ਉਹ ਰਸਤਾ ਇਹ ਹੈ ਖਾਓ ਪੀਓ ਤੇ ਮਰ ਜਾਓ, ਬਸ ਇਹ ਰਸਤਾ ਪ੍ਰਚਲਿਤ ਰਿਹਾ ਹੈ। ਇਹ ਪਹਿਲਾਂ ਤੋਂ ਹੀ, ਇਹ ਨਵੀਂ ਖੇਡ ਨਹੀਂ ਆ ਵੀ ਕਹਿ ਦਈਏ ਵੀ ਅੱਜ ਕੱਲ੍ਹ ਦੇ ਲੋਕ ਇਹ ਕਹਿੰਦੇ ਨੇ ਵੀ ਜੋ ਮੇਰੇ ਦਿਲ ਦੇ ਵਿੱਚ ਹੈ ਮੈਂ ਉਹ ਕਰਾਂਗਾ। ਹਿੰਦੁਸਤਾਨ ਦੇ ਵਿੱਚ ਪਹਿਲਾ ਨਾਸਤਿਕ ਮਤ ਜਿਹੜਾ ਹੈ ਉਹ ਚਾਰ ਵਾਕ ਨੂੰ ਮੰਨਿਆ ਜਾਂਦਾ ਹੈ ਔਰ ਤਮਾਮ ਨਸ਼ਿਆਂ ਦਾ ਸੇਵਨ ਉਹਨਾਂ ਦੇ ਪੰਥ ਦੇ ਵਿੱਚ ਉਹਨੂੰ ਮੰਨਦੇ ਨੇ ਵੀ ਕੋਈ ਨਹੀਂ ਕੀਤਾ ਜਾ ਸਕਦਾ ਹੈ ਜੋ ਕੁਝ ਕਰਨਾ ਹੋਵੇ। ਮੁੱਖ ਤੌਰ ਦੇ ਉੱਤੇ ਇਹ ਦੋ ਰਸਤੇ ਨੇ। ਇੱਦਾਂ ਕਹਿ ਲਈਏ ਵੀ ਰੱਬ ਵਾਲਾ ਰਸਤਾ, ਜਿਹਦੇ ਵਿੱਚ ਇਹ ਵੀ ਸੋਚਣਾ ਪੈ ਜਾਂਦਾ ਹੈ ਵੀ ਜ਼ਿੰਦਗੀ ਨੂੰ ਸਹੀ ਕਿੱਦਾਂ ਕਰਨਾ ਹੈ, ਅਤੇ ਦੂਜਾ ਇਹ ਹੈ ਵੀ ਮੌਜਾਂ ਕਰੋ, ਬਾਅਦ ਦੀ ਬਾਅਦ ਦੇ ਵਿੱਚ ਵੇਖੀ ਜਾਵੇਗੀ। ਹੁਣ ਜੇ ਕੋਈ ਬੰਦਾ ਕਹੇ ਵੀ ਮੈਂ ਇਸ ਰਸਤੇ ਦੇ ਉੱਤੇ ਚੱਲਦਾ ਪਿਆ ਹਾਂ ਅਤੇ ਇਹ ਮੇਰਾ ਰਸਤਾ ਹੈ, ਇਹਦਾ ਬਣਾਇਆ ਹੋਇਆ ਰਸਤਾ ਨਹੀਂ ਹੈ, ਇਹ ਸਿਰਫ ਚੱਲਦਾ ਪਿਆ ਹੈ ਰਸਤਾ, ਇਹਦੇ ਤੋਂ ਪਹਿਲਾਂ ਕਈ ਜਾਣੇ ਬਣਾ ਕੇ ਚੱਲ ਚੁੱਕੇ ਨੇ। ਕਿਉਂਕਿ ਅਕਸਰ ਲੋਕ ਕਹਿੰਦੇ ਨੇ ਵੀ ਮੈਂ ਤਾਂ ਆਪਣੀ ਮਰਜ਼ੀ ਕਰਾਂਗਾ। ਕੋਈ ਮਰਜ਼ੀ ਨਹੀਂ ਕਰਦਾ। ਸਾਰੇ ਬਣਾਏ ਹੋਏ ਸਾਡੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਪਹਿਲਾਂ ਹੀ ਇੱਦਾਂ ਦਾ ਸਿਸਟਮ ਤਿਆਰ ਕਰ ਦਿੱਤਾ ਜਾਂਦਾ ਹੈ ਵੀ ਸਾਡੇ ਲਈ ਟਰੈਕ ਤਿਆਰ ਕਰ ਦਿੱਤੇ ਜਾਂਦੇ ਨੇ। ਵਾਹਿਗੁਰੂ ਜੀ, ਸਾਡੇ ਲਈ ਟਰੈਕ ਤਿਆਰ ਕਰ ਦਿੱਤੇ ਜਾਂਦੇ ਨੇ ਪਹਿਲਾਂ ਹੀ, ਅਤੇ ਉਸ ਟਰੈਕ ਦੇ ਵਿੱਚ ਅਸੀਂ ਆਪਣੇ ਆਪ ਹੀ ਪੈ ਜਾਂਦੇ ਹਾਂ। ਸਾਨੂੰ ਲੱਗਦਾ ਵੀ ਅਸੀਂ ਆਪਣੀਆਂ ਮਰਜ਼ੀਆਂ ਕਰਦੇ ਹਾਂ, ਪਰ ਸਾਡਾ ਸਟਾਰਟਿੰਗ ਦੇ ਵਿੱਚ ਹੀ ਐਜੂਕੇਸ਼ਨ ਸਿਸਟਮ ਸਾਨੂੰ ਇੱਕ ਟਰੈਕ ਦੇ ਦਿੰਦਾ ਹੈ। ਔਰ ਸਟਾਰਟਿੰਗ ਤੋਂ ਲੈ ਕੇ ਚਾਹੇ ਯੂਨੀਵਰਸਿਟੀ ਦੇ ਲੈਵਲ ਤੱਕ ਪਹੁੰਚ ਜਾਈਏ, ਅਸੀਂ ਉਸ ਟਰੈਕ ਤੋਂ ਬਾਹਰ ਨਹੀਂ ਸੋਚ ਪਾਉਂਦੇ। ਸਾਡਾ ਮਾਈਂਡ ਸੈੱਟ ਇੱਦਾਂ ਦਾ ਕਰ ਦਿੱਤਾ ਜਾਂਦਾ ਹੈ ਅਤੇ ਵੇਖਣ ਨੂੰ ਇੰਝ ਲੱਗਦਾ ਵੀ ਮੈਂ ਆਪਣੀ ਮਰਜ਼ੀ ਦੇ ਰਸਤੇ ਦੇ ਉੱਤੇ ਚੱਲਦਾ ਪਿਆ, ਪਰ ਉਹ ਮਰਜ਼ੀ ਪਹਿਲਾਂ ਹੀ ਗ੍ਰੈਬ ਕੀਤੀ ਹੁੰਦੀ ਹੈ ਵੀ ਤੁਸੀਂ ਉਸ ਮਰਜ਼ੀ ਤੋਂ ਬਾਹਰ ਨਹੀਂ ਚੱਲਣਾ। ਇਸ ਕਰਕੇ ਇੱਕ ਰਸਤਾ ਇਹ ਹੋ ਗਿਆ ਜਿਹਦੇ ਵਿੱਚ ਬੰਦੇ ਦੀਆਂ ਤਮਾਮ ਮਰਜ਼ੀਆਂ ਨੇ। ਇੱਕ ਉਹ ਹੈ ਜਿਹਦੇ ਵਿੱਚ ਉਹਨੂੰ ਰੋਕਾਂ ਲਾਈਆਂ ਜਾਂਦੀਆਂ ਨੇ। ਅਸੀਂ ਜਿਸ ਪੰਥ ਦੇ ਉੱਤੇ ਚੱਲਦੇ ਹਾਂ, ਸਾਡਾ ਪੰਥ ਇੱਦਾਂ ਦਾ ਹੈ, ਰਸਤਾ ਇੱਦਾਂ ਦਾ ਹੈ ਜਿਹਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਨੂੰ ਫੋਲੋ ਕਰਦੇ ਹਾਂ। ਸਾਡੇ ਲਈ ਰਸਤਾ ਬਣਾ ਕੇ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਬਾਕੀ ਰਸਤੇ ਦੇ ਉੱਤੇ ਚੱਲਦੇ ਨੇ ਅਤੇ ਸਾਨੂੰ ਇਸ ਗੱਲ ਦੇ ਵਿੱਚ ਮਾਣ ਹੈ ਵੀ ਅਸੀਂ ਗੁਰੂ ਨਾਨਕ ਦੇ ਰਸਤੇ ਦੇ ਉੱਤੇ ਚੱਲਦੇ ਹਾਂ। ਬਾਕੀ ਵੀ ਉਹੀ ਨੇ। ਬਾਬਾ ਕਬੀਰ ਨੇ ਇੱਕ ਗੱਲ ਬੋਲੀ ਹੈ, ਜਿਹ ਮਾਰਗ ਪੰਡਿਤ ਗਏ ਪਾਸ਼ਾ ਪਰੀ ਬਹੀਰ। ਇੱਕ ਰਸਤਾ ਉਹ ਹੈ ਜਿਨ੍ਹਾਂ ਦਾ ਲੀਡਰ ਜਿਹੜਾ ਹੈ ਨਾ ਪੰਡਿਤ ਹੈ, ਮਤ ਦੇਣ ਵਾਲਾ ਹੈ ਜਿਹੜਾ,
ਉਹਨਾਂ ਦੇ ਪਿੱਛੇ ਭੀੜਾਂ ਦੀਆਂ ਭੀੜਾਂ ਤੁਰੀਆਂ ਜਾ ਰਹੀਆਂ ਨੇ। ਮਤਲਬ ਉਹਨਾਂ ਦਾ ਲੀਡਰ ਉਹ ਹੈ, ਲੀਡ ਉਹਨਾਂ ਨੂੰ ਉਹ ਕਰਦਾ ਹੈ ਤੇ ਉਹਨਾਂ ਦੇ ਪਿੱਛੇ ਉਹ ਸਾਰੇ ਲੋਕ ਤੁਰੇ ਜਾਂਦੇ ਨੇ। ਤੁਸੀਂ ਵੇਖੋ ਕਿੰਨੇ ਜਾਣੇ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ। ਰਸਤਾ ਹੀ ਹੈ। ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਭਰੀ ਬਹੀਰ। ਵਹੀਰਾਂ ਘੱਤ ਕੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ, ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ। ਇੱਦਾਂ ਦਾ ਉਹ ਸਾਡੇ ਗਲ ਦੇ ਵਿੱਚ ਪਿਆ ਹੋਇਆ ਹੈ ਲੋਕਾਂ ਦੇ ਵੀ ਉਹ ਨਹੀਂ ਛੁੱਟਦਾ। ਜਨਮ ਤੋਂ ਪਹਿਲਾਂ ਵੀ ਬੱਚੇ ਦੇ ਕਈ ਸੰਸਕਾਰ ਮਾਂ ਨੂੰ ਕਰਨੇ ਪੈਂਦੇ ਨੇ ਤੇ ਬੰਦਾ ਚੜ੍ਹਾਈ ਕਰ ਜਾਂਦਾ ਹੈ, ਸ਼ਰਾਧਾਂ ਤੋਂ ਬਾਅਦ ਵੀ ਨਹੀਂ ਉਹ ਬੰਦੇ ਦੇ ਪਿੱਛੋਂ ਲੱਥਦਾ। ਇਹਦਾ ਮਤਲਬ ਹੈ ਵੀ ਉਹਨੇ ਰਸਤੇ ਦੇ ਵਿੱਚ ਲਾਏ ਹੋਏ ਨੇ ਆਪਣੇ ਪਿੱਛੇ ਲੋਕ। ਜਿਹ ਮਾਰਗ ਪੰਡਿਤ ਗਏ, ਪਾਛੈ ਭਰੀ ਵਹੀਰ। ਵਹੀਰਾਂ ਘੱਤ ਕੇ ਲੋਕ ਉਹਦੇ ਪਿੱਛੇ ਲੱਗੇ ਹੋਏ ਨੇ। ਪਰ ਨਾਲ ਕੀ ਕਹਿ ਦਿੱਤਾ, ਇੱਕ ਅਵਕਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਇਹ ਮੇਰਾ ਰਸਤਾ ਪੰਡਿਤ ਵਾਲਾ ਨਹੀਂ ਹੈ, ਮੇਰਾ ਰਸਤਾ ਵੇਖਣ ਨੂੰ ਥੋੜ੍ਹਾ ਜਿਹਾ ਔਖਾ ਲੱਗਦਾ ਹੈ, ਪਰ ਮੈਂ ਇਸ ਰਸਤੇ ਦੇ ਉੱਤੇ ਚੱਲਦਾ ਪਿਆ ਹਾਂ, ਮੈਂ ਪੰਡਿਤ ਵਾਲੇ ਰਸਤੇ ਦੇ ਉੱਤੇ ਨਹੀਂ ਚੱਲਦਾ। ਹੁਣ ਉਸ ਪੰਥ ਨੂੰ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੋਰਿਆ ਹੈ ਤੇ ਜਿਹਨੂੰ ਅੱਗੇ ਫਿਰ ਲੀਡ ਕੀਤਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੱਕ ਬਾਕੀ ਗੁਰੂ ਸਾਹਿਬਾਨ ਨੇ, ਉਸ ਰਸਤੇ ਦੇ ਉੱਤੇ ਜਿੰਨੇ ਚੱਲਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਗੁਰਮੁਖ ਪੰਥੀ। ਚਾਹੇ ਉਹਦੇ ਲਈ ਇੱਕ ਸ਼ਬਦ ਹੋਰ ਹੈ, ਜਿੱਦਾਂ ਨਾਨਕ ਨਾਮ ਲੇਵਾ ਸੰਗਤ ਕਿਹਾ ਜਾਂਦਾ ਹੈ। ਅਸੀਂ ਜਿੰਨੇ ਇਸ ਟਾਈਮ ਬੈਠੇ ਹੋਏ ਹਾਂ ਸਾਰੇ ਗੁਰੂ ਨਾਨਕ ਪੰਥੀ ਹਾਂ। ਮਤਲਬ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਉੱਤੇ, ਉਹਨਾਂ ਦੇ ਰਸਤੇ ਦੇ ਉੱਤੇ ਚੱਲਣ ਦੀ ਅਸੀਂ ਕੋਸ਼ਿਸ਼ ਕਰਦੇ ਪਏ ਹਾਂ, ਜੇ ਕਰਦੇ ਪਏ ਹਾਂ। ਤੇ ਹੁਣ ਇਹ ਜਿਹੜਾ ਪੰਥ ਹੈ, ਭਾਈ ਗੁਰਦਾਸ ਸਾਹਿਬ ਨੇ ਇਸ ਪੰਥ ਦੀ ਗੱਲ ਕੀਤੀ ਆ ਵੀ ਭਾਈ ਇਹ ਜਿਹੜਾ ਪੰਥ ਹੈ ਨਾ, ਇਹ ਇੱਦਾਂ ਦਾ ਨਹੀਂ ਹੈ ਵੀ ਜਿੱਦਾਂ ਬਾਹਰ ਦੀਆਂ ਚੀਜ਼ਾਂ ਦੀ ਅਸੀਂ ਕੀਮਤ ਤਾਰ ਦਿੰਦੇ ਹਾਂ ਤੇ ਕੀਮਤਾਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਨੇ। ਇਹ ਬੇਸ਼ਕੀਮਤੀ ਹੈ। ਇੱਦਾਂ ਕਹਿ ਲਈਏ ਕਿ ਮੈਂ ਐਜੂਕੇਸ਼ਨ ਲੈਣੀ ਹੈ, ਮੈਨੂੰ ਉਹਦੇ ਲਈ ਪੇ ਕਰਨਾ ਪੈਂਦਾ ਹੈ। ਮੈਂ ਮਿਊਜ਼ਿਕ ਸਿੱਖਣਾ ਹੈ, ਮੈਨੂੰ ਉਹਦੇ ਲਈ ਪੇ ਕਰਨਾ ਪੈਂਦਾ ਹੈ। ਈਵਨ ਕਿ ਮੈਂ ਮੈਡੀਕਲ ਸਹੂਲਤ ਵੀ ਲੈਣੀ ਹੈ ਤੇ ਮੈਨੂੰ ਉਹਦੇ ਲਈ ਵੀ ਪੇ ਕਰਨਾ ਪੈਂਦਾ ਹੈ। ਹਰ ਇੱਕ ਚੀਜ਼ ਲਈ ਮੈਂ ਪੇ ਕਰਦਾ ਪਿਆ ਹਾਂ। ਇੱਥੇ ਕਿਹੜੀ ਚੀਜ਼ ਹੈ ਜਿਹੜੀ ਇੱਥੇ ਇੱਦਾਂ ਕਹਿ ਲਈਏ ਵੀ ਪੇ ਤੋਂ ਬਿਨਾਂ ਹੈ। ਈਵਨ ਕਿ ਸਾਨੂੰ ਵੇਖਣ ਨੂੰ ਇੰਝ ਲੱਗੇਗਾ ਵੀ ਅਸੀਂ ਇੱਥੇ ਬੈਠੇ ਹਾਂ ਤੇ ਕੁਝ ਪੇ ਨਹੀਂ ਕਰਦੇ ਪਏ। ਅਸੀਂ ਇੱਥੇ ਬੈਠੇ ਹਾਂ ਤੇ ਆਪਣਾ ਸਮਾਂ ਪੇ ਕਰਦੇ ਪਏ ਹਾਂ ਇੱਥੇ। ਹਾਲਾਂਕਿ ਇਹ ਪੈਸੇ ਵਾਲੇ ਪਾਸੇ ਤੋਂ ਅੱਗੇ ਗੱਲ ਹੈ, ਪੈਸੇ ਤੋਂ ਥੋੜ੍ਹਾ ਜਿਹਾ ਉੱਤੇ ਹੈ। ਜਿਹੜੇ ਇੱਥੇ ਬੈਠ ਕੇ ਵੀ ਆਪਣਾ ਸਮਾਂ ਦੇ ਕੇ ਵੀ ਸਮਾਂ ਨਹੀਂ ਦੇ ਪਾਏ, ਉਹਨਾਂ ਲਈ ਗੱਲ ਹੋਰ ਹੈ। ਪਰ ਇੱਥੇ ਬੈਠੇ ਵੀ ਅਸੀਂ ਆਪਣਾ ਕੁਝ ਦੇ ਰਹੇ ਹਾਂ ਤੇ ਉਹਦੇ ਬਦਲੇ ਦੇ ਵਿੱਚ ਸਾਨੂੰ ਕੁਝ ਮਿਲਦਾ ਪਿਆ ਹੈ। ਹੁਣ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਨੇ ਵੀ ਜਿੱਥੇ ਬਾਕੀ ਆਪਾਂ ਦੁਨਿਆਵੀ ਚੀਜ਼ਾਂ ਵੇਖਦੇ ਹਾਂ, ਬਾਕੀ ਬਾਹਰ ਦੀਆਂ ਗੱਲਾਂ ਵੇਖਦੇ ਹਾਂ, ਹਰ ਇੱਕ ਬੰਦੇ ਨੇ ਇੱਕ ਮੁੱਲ ਰੱਖਿਆ ਹੋਇਆ ਹੈ ਵੀ ਆਹ ਚੀਜ਼ ਮੈਨੂੰ ਤੂੰ ਇਹਦੇ ਬਦਲੇ ਦੇ ਵਿੱਚ ਦੇਵੇਂਗਾ, ਉਹਦੇ ਬਦਲੇ ਦੇ ਵਿੱਚ ਮੈਂ ਤੈਨੂੰ ਆਹ ਸਿੱਖਿਆ ਜਿਹੜੀ ਹੈ ਉਹ ਦੇ ਦੇਵਾਂਗਾ। ਤੁਸੀਂ ਸਾਰੇ ਜਾਣੇ ਇਸ ਗੱਲ ਨੂੰ ਵੇਖਦੇ ਜੇ। ਹੁਣ ਗੁਰਮੁਖ ਪੰਥ ਜੀ ਦੀ ਗੱਲ ਹੈ, ਮੈਂ ਇੱਥੋਂ ਤੱਕ ਕਹਿ ਦੇਵਾਂ ਕਿ ਜਿਹੜਾ ਮਟੀਰੀਅਲ ਹੁੰਦਾ ਹੈ ਉਹਨੂੰ ਖਰੀਦਿਆ ਜਾ ਸਕਦਾ ਹੈ ਪੈਸੇ ਦੇ ਨਾਲ। ਤੇ ਈਵਨ ਕਿ ਇਹਨੂੰ ਅਸੀਂ ਧਾਰਮਿਕ ਜ਼ਿੰਦਗੀ ਦੇ ਵਿੱਚ ਵੀ ਸੋਚ ਲਈਏ, ਪੈਸੇ ਦੇ ਕੇ ਤੇ ਮੈਂ ਪੋਥੀ ਖਰੀਦ ਸਕਦਾ, ਮੈਂ ਪਾਠ ਨਹੀਂ ਖਰੀਦ ਸਕਦਾ। ਪੈਸੇ ਲੈ ਕੇ ਮੈਂ ਜਪਜੀ ਸਾਹਿਬ ਖਰੀਦ ਸਕਦਾ ਹਾਂ, ਵਾਹਿਗੁਰੂ ਬਖਸ਼ ਲਵੇ। ਪੈਸੇ ਲੈ ਕੇ ਮੈਂ ਨਿਤਨੇਮ ਦਾ ਗੁਟਕਾ ਸਾਹਿਬ ਖਰੀਦ ਸਕਦਾ ਹਾਂ, ਜਪਜੀ ਸਾਹਿਬ ਤੇ ਖਰੀਦਿਆ ਨਹੀਂ ਜਾਂਦਾ। ਕਿੰਨਿਆਂ ਦੇ ਘਰਾਂ ਦੇ ਵਿੱਚ ਗੁਟਕਾ ਸਾਹਿਬ ਪਏ ਹੁੰਦੇ ਨੇ, ਨਹੀਂ ਨਿਤਨੇਮ ਕਰ ਪਾਉਂਦੇ। ਗੁਟਕਾ ਸਾਹਿਬ ਤੇ ਉਹਨਾਂ ਦਾ ਆਪਣਾ ਹੈ, ਪੋਥੀਆਂ ਆਪਣੀਆਂ ਨੇ ਘਰਾਂ ਦੇ ਵਿੱਚ। ਪੈਸੇ ਦੇ ਕੇ ਤੁਸੀਂ ਅਨੰਦਪੁਰ ਸਾਹਿਬ ਜਾ ਸਕਦੇ ਜੇ, ਪੈਸੇ ਦੇ ਕੇ ਦਰਬਾਰ ਸਾਹਿਬ ਜਾ ਸਕਦੇ ਜੇ। ਉੱਥੇ ਕੁਝ ਨਹੀਂ ਸਿੱਖਿਆ, ਉੱਥੇ ਪੈਸਾ ਕੀ ਕਰ ਸਕਦਾ ਹੈ? ਉੱਥੇ ਕੁਝ ਨਹੀਂ ਕਰ ਸਕਦਾ। ਔਰ ਜੇ ਸਿੱਖ ਲਿਆ ਹੈ ਤੇ ਪੈਸਾ ਫਿਰ ਵੀ ਨਹੀਂ ਉੱਥੇ ਕੁਝ ਕਰ ਸਕਦਾ। ਆਪਾਂ ਇਹ ਪਾਸਾ ਨਹੀਂ ਲੈ ਕੇ ਚੱਲਾਂਗੇ ਕਿ ਕੁਝ ਨਹੀਂ ਸਿੱਖਿਆ। ਜੇ ਕੁਝ ਸਿੱਖ ਵੀ ਲਿਆ ਤੇ ਉਹ ਪੈਸੇ ਤੋਂ ਉੱਤੇ ਗੱਲ ਹੋ ਗਈ ਹੈ। ਪੈਸਾ ਤੇ ਇੱਕ ਸਮਝ ਲਓ ਵੀ ਜ਼ਰੀਆ ਸੀ, ਤਰੀਕਾ ਸੀ ਵੀ ਇਹਨੂੰ ਵਰਤ ਲਿਆ ਹੈ ਅਸੀਂ। ਜਿਹਨੂੰ ਬਾਬਾ ਕਬੀਰ ਕਹਿੰਦੇ ਨੇ ਵੀ ਸਰੀਰ ਤੇ ਪੈਸਾ ਜੇ ਰੱਬ ਦੇ ਘਰ ਦੇ ਵਿੱਚ ਵਰਤਦਿਆਂ ਸਾਡਾ ਲੱਗ ਵੀ ਗਿਆ ਹੈ ਤੇ ਇਹਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਪਰ ਜਿਹੜੇ ਬੰਦੇ ਇਹ ਸੋਚਣ ਵੀ ਪੈਸੇ ਦੇ ਵਿੱਚ ਹੀ ਸਾਰਾ ਕੁਝ ਕਰ ਲਿਆ, ਉਹ ਸਭ ਤੋਂ ਵੱਡੇ ਭੁਲੇਖੇ ਦੇ ਵਿੱਚ ਨੇ। ਕਿਉਂਕਿ ਦੋ ਤਰੀਕਿਆਂ ਦੇ ਲੋਕ ਚੱਲਦੇ ਨੇ ਧਰਮ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਸੇਵਕ ਤੇ ਇੱਕ ਨੇ ਵਿਹਾਰੀ, ਜਿਨ੍ਹਾਂ ਨੂੰ ਵਪਾਰੀ ਕਿਹਾ ਜਾ ਸਕਦਾ ਹੈ। ਫਿਰ ਮੈਂ ਕਹਿ ਦੇਵਾਂ, ਇੱਕ ਨੇ ਸੇਵਕ ਤੇ ਇੱਕ ਨੇ ਵਪਾਰੀ। ਤੇ ਮਹਾਰਾਜ ਜੀ ਨੇ ਗੱਲ ਬੋਲੀ, ਹਜ਼ੂਰ ਕਹਿੰਦੇ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਭਾਈ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਸੇਵਕ ਹੈ, ਬਾਕੀ ਸਾਰੇ ਮਹਾਰਾਜ ਦੇ ਨਾਲ ਵਪਾਰ ਹੀ ਕਰਨ ਆਉਂਦੇ ਨੇ। ਬਾਕੀ ਸਾਰਿਆਂ ਦਾ ਰੱਬ ਦੇ ਨਾਲ ਵਪਾਰ ਹੀ ਚੱਲਦਾ ਪਿਆ ਹੈ। ਔਰ ਕਰੋੜਾਂ ਦੇ ਵਿੱਚੋਂ ਜਿਹੜਾ ਇੱਕ ਅੱਧਾ ਸੇਵਕ ਹੈ ਉਹ ਕਿਵੇਂ ਦਾ ਹੋਵੇਗਾ? ਉਹ ਅਸਲ ਦੇ ਵਿੱਚ ਗੁਰਮੁਖ ਪੰਥੀ ਹੈ।
ਜਿਹਦਾ ਲੈਣ ਦੇਣ ਰੱਬ ਨਾਲ ਇਦਾਂ ਨਹੀਂ ਚੱਲਦਾ ਪਿਆ ਵੀ ਮੈਂ ਤੇਰੇ ਅੱਗੇ 40 ਪਾਠ ਰੱਖੇ ਨੇ, ਤੂੰ 40 ਪਾਠਾਂ ਦੇ ਬਦਲੇ ਦੇ ਵਿੱਚ ਮੈਨੂੰ ਕੀ ਦੇ ਰਿਹਾ। ਮੈਂ ਤੇਰੇ ਅੱਗੇ 101 ਮਣਕਿਆਂ ਵਾਲੀ ਮਾਲਾ ਰੱਖੀ ਹੈ ਘੁਮਾ ਘੁਮਾ ਕੇ, ਤੂੰ ਉਹਦੇ ਵਿੱਚ ਮੇਰੇ ਬਦਲੇ ਕੀ ਦੇ ਰਿਹਾ, ਮੈਨੂੰ ਉਹਦੇ ਬਦਲੇ ਕੀ ਦੇ ਰਿਹਾ ਹੈ ਤੂੰ। ਮੈਂ ਤੇਰੇ ਅੱਗੇ ਇੰਨੀਆਂ ਮੱਸਿਆ ਰੱਖ ਦਿੱਤੀਆਂ ਨੇ, ਉਹਦੇ ਬਦਲੇ 'ਚ ਤੂੰ ਮੈਨੂੰ ਕੀ ਦਿੱਤਾ ਹੈ। ਇਹ ਕੀ ਚੱਲਦਾ ਪਿਆ ਹੈ, ਇਹ ਅਸੀਂ ਕੱਲ੍ਹ ਸਾਰਾ ਵਿਚਾਰਿਆ ਹੈ ਵੀ ਜਿਹਦੇ ਵਿੱਚ ਹਿਸਾਬੀ ਕਿਤਾਬੀ ਹੋ ਕੇ ਤੇ ਵਰਤਿਆ ਜਾਂਦਾ ਹੈ, ਉਹਨੂੰ ਸਤਿਗੁਰੂ ਕਹਿੰਦੇ ਨੇ ਹੋਰ ਸਗਲੇ ਵਿਵਹਾਰੀ। ਇਹ ਸਾਰੇ ਵਿਹਾਰ ਦੇ ਵਿੱਚ ਚੱਲਣ ਵਾਲੇ ਨੇ, ਔਰ ਵਿਹਾਰ ਵਾਲਿਆਂ ਨੂੰ ਇੰਝ ਲੱਗਦਾ ਵੀ ਜਿੰਨੀ ਗਿਣਤੀ ਜ਼ਿਆਦਾ ਹੋਵੇਗੀ ਰੱਬ ਓਨਾ ਹੀ ਜ਼ਿਆਦਾ ਸਾਡੇ ਉੱਤੇ ਪ੍ਰਸੰਨ ਹੋ ਜਾਵੇਗਾ। ਜਿੰਨੇ ਅਸੀਂ ਕਸ਼ਟ ਕਰਾਂਗੇ ਓਨਾ ਹੀ ਰੱਬ ਸਾਡੇ ਉੱਤੇ ਜ਼ਿਆਦਾ ਖੁਸ਼ ਹੋ ਜਾਵੇਗਾ। ਇਸ ਕਰਕੇ ਕਈਆਂ ਨੇ ਕਹਿ ਸੋਚ ਲਿਆ ਵੀ ਤੁਰ ਕੇ ਨਹੀਂ ਜਾਣਾ ਆਪਾਂ ਮੰਦਿਰ ਦੇ ਵਿੱਚ, ਤੁਰ ਕੇ ਨਹੀਂ ਜਾਣਾ ਗੁਰਦੁਆਰੇ ਵਿੱਚ, ਆਪਾਂ ਮੱਥਾ ਟੇਕਦੇ ਟੇਕਦੇ ਜਾਵਾਂਗੇ। ਮਤਲਬ ਉਹ ਵੇਖੋ ਤੁਸੀਂ ਪਿੱਛੋਂ ਤੇ ਗੱਡੀਆਂ 'ਚ ਬਹਿ ਕੇ ਜਾਂਦੇ ਨੇ, ਜਦੋਂ ਧਾਰਮਿਕ ਸਥਾਨ ਨੇੜੇ ਆ ਜਾਂਦਾ ਫਿਰ ਡੰਡੌਤ ਕਰਨ ਲੱਗ ਪੈਂਦੇ ਨੇ। ਉੱਥੇ ਪਹੁੰਚਦਿਆਂ ਨੂੰ ਨੰਗੇ ਪੈਰ ਜਾਣ ਵਾਲਿਆਂ ਨੂੰ ਮੌਜ ਹੈ, ਮੌਜ ਦੇ ਵਿੱਚ ਬੰਦਾ ਨੰਗੇ ਪੈਰੀ ਵੀ ਚੱਲ ਪਵੇ, ਉਹਦੀ ਮੌਜ ਹੈ। ਪਰ ਜੇ ਇਸ ਗੱਲ ਦੀ ਸੋਚ ਲੈ ਕੇ ਚੱਲਦਾ ਪਿਆ ਵੀ ਸ਼ਾਇਦ ਇਹਦੇ ਬਦਲੇ ਦੇ ਵਿੱਚ ਕੁਝ ਹੋ ਰਿਹਾ ਹੈ, ਤੇ ਬਦਲੇ ਦੇ ਵਿੱਚ ਤੇ ਫਿਰ ਇਹ ਚੀਜ਼ਾਂ ਨਹੀਂ ਆਉਂਦੀਆਂ। ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਇਹ ਜਿਹੜਾ ਰਸਤਾ ਹੈ ਨਾ, ਇੱਕ ਰਸਤੇ ਤੱਕ ਤੁਸੀਂ ਪੈਸਾ ਖਰਚ ਸਕਦੇ ਜੇ। ਆ ਪੈਸਾ ਹੀ ਖਰਚਿਆ ਜਾ ਰਿਹਾ ਹੈ ਸਮੇਤ ਮੇਰੇ। ਇਲੈਕਟ੍ਰੀਸਿਟੀ ਚੱਲਦੀ ਪਈ ਹੈ, ਪੈਸੇ ਦੇ ਬਦਲੇ ਚੱਲਦੀ ਪਈ ਹੈ। ਪੈਸਾ ਪੇ ਕਰਦੇ ਪਏ ਅਤੇ ਬਿਜਲੀ ਬਾਲੀ ਜਾ ਰਹੀ ਹੈ। ਪੈਸਾ ਪੇ ਕਰਦੇ ਪਏ ਹਾਂ ਅਤੇ ਆਹ ਵੇਖੋ ਅਸੀਂ ਕੀ ਆ ਵੀ ਚਲੋ ਸਾਨੂੰ ਵੀ ਤਨਖਾਹਾਂ 'ਤੇ ਰੱਖ ਲਿਆ ਵੀ ਪੈਸਾ ਦੇਣਾ ਇਹਨਾਂ ਨੂੰ ਅਤੇ ਇਹਦੇ ਬਦਲੇ ਦੇ ਵਿੱਚ ਇਹ ਕੰਮ ਕਰਨਗੇ। ਤੁਸੀਂ ਤਾਂ ਸਾਡੇ ਨਾਲੋਂ ਇਸ ਕਰਕੇ ਉੱਚੇ ਜੇ ਵੀ ਪੈਸੇ ਲਈ ਨਹੀਂ ਬੈਠਦੇ, ਅਸੀਂ ਤਾਂ ਫਿਰ ਵੀ ਚਲੋ ਪੈਸੇ ਲਈ ਬੈਠਦੇ ਹਾਂ। ਦੂਸਰਾ ਪਾਸਾ ਇਹ ਹੋ ਗਿਆ, ਇੱਥੋਂ ਕੁਝ ਹੱਦ ਤੱਕ ਸਮਝ ਲਓ ਵੀ ਸਾਡਾ ਪੈਸਾ ਆ ਸਕਦਾ ਹੈ ਇੱਥੇ। ਹੁਣ ਅੱਗੇ ਬੈਠ ਕੇ ਮੈਂ ਇਸ ਚੀਜ਼ ਦਾ ਆਨੰਦ ਜ਼ਿਆਦਾ ਲੈ ਜਾਂਦਾ ਹਾਂ ਕਿ ਦੂਜਾ ਇਸ ਚੀਜ਼ ਦਾ ਆਨੰਦ ਜ਼ਿਆਦਾ ਲੈ ਜਾਂਦਾ ਹੈ। ਇੱਥੇ ਹੁਣ ਪੈਸਾ ਕੁਝ ਨਹੀਂ ਕਰ ਸਕਦਾ। ਇੱਦਾਂ ਕਹਿ ਲਈਏ ਵੀ ਕਿਸੇ ਨੇ ਅਖੰਡ ਪਾਠ ਸਾਹਿਬ ਰਖਵਾਇਆ, ਇੱਕ ਜਾਣਾ ਨਹੀਂ ਸੁਣਨ ਆਇਆ, ਇੱਕ ਜਾਣਾ ਨਹੀਂ ਸੁਣਨ ਆਇਆ, ਪਰ ਉਹਨਾਂ ਨੇ ਕੀ ਕੀਤਾ, ਤੀਜੇ ਦਿਨ ਪੈਸੇ ਤੇ ਦੇ ਹੀ ਦੇਣੇ ਸੀ। ਹੁਣ ਜਿਹੜੇ ਪਾਠੀਆਂ ਨੇ ਪਾਠ ਕੀਤਾ ਉਹਨਾਂ ਨੂੰ ਕੀ ਫਾਇਦਾ ਹੋਇਆ? ਜੇ ਤੇ ਪਾਠੀ ਨੇ ਚੰਗੀ ਤਰੀਕੇ ਦੇ ਨਾਲ ਪਾਠ ਕੀਤਾ ਹੈ ਵੀ ਵਾਕਿਆ ਉਹਨੂੰ ਪਾਠ ਸਮਝ ਕੇ ਪਾਠ ਕੀਤਾ ਹੈ, ਜੇ ਕੀਤਾ ਹੈ ਤੇ ਫਿਰ ਉਹਨੂੰ ਗੁਰਬਾਣੀ ਯਾਦ ਹੋ ਗਈ। ਹੁਣ ਘਰ ਦੇ ਚਾਹੁਣ ਵੀ ਸਾਨੂੰ ਕੁਝ ਫਾਇਦਾ ਮਿਲ ਜਾਵੇ, ਘਰ ਦੇ ਕੀ ਫਾਇਦਾ ਲੈ ਗਏ? ਫਾਇਦਾ ਤੇ ਉਹ ਪੈਸੇ ਵੀ ਲੈ ਗਿਆ ਤੇ ਫਾਇਦਾ ਵੀ ਲੈ ਗਿਆ। ਇਹਦਾ ਮਤਲਬ ਹੈ ਵੀ ਇੱਕ ਚੀਜ਼ ਹੁਣ ਇੱਥੇ ਘਰ ਦੇ ਕੁਝ ਨਹੀਂ ਸੀ ਕਰ ਸਕਦੇ, ਘਰ ਦੇ ਚਾਹੁਣ ਵੀ ਨਾ ਤੇ ਤਾਂ ਵੀ ਨਹੀਂ ਕੁਝ ਕਰ ਸਕਦੇ, ਕਿਉਂਕਿ ਸੁਣਨ ਆ ਜਾਂਦੇ ਤੇ ਸ਼ਾਇਦ ਕਿਤੇ ਗੱਲ ਕੰਨ ਦੇ ਵਿੱਚ ਪੈ ਜਾਂਦੀ, ਔਰ ਪਾਠੀ ਉਸ ਪਾਠ ਨੂੰ ਪੈਸੇ ਵੀ ਲੈ ਗਿਆ ਤੇ ਪਾਠ ਕਰਨ ਦਾ ਵੀ ਫਾਇਦਾ ਲੈ ਗਿਆ ਕਿ ਸ਼ਾਇਦ ਕਿਤੇ ਗੁਰਮਤਿ ਦੀ ਗੱਲ ਉਹਦੇ ਦਿਲ ਦੇ ਵਿੱਚ ਪੈ ਜਾਵੇ ਜੇ ਸਮਝ ਕੇ ਪਾਠ ਕਰਦਾ ਹੈ। ਪਰ ਹੁਣ ਦੂਜਾ ਪਾਸਾ ਵੇਖ ਲਓ, ਜਿੱਥੋਂ ਮੈਂ ਆਪ ਜੀ ਦੇ ਅੱਗੇ ਗੱਲ ਰੱਖਣੀ ਹੈ। ਇਹ ਨਹੀਂ ਕਿ ਲੋਕ ਪਾਠ ਸੁਣਦੇ ਨਹੀਂ ਨੇ, ਬੜੇ ਜਾਣੇ ਪਾਠ ਸੁਣਦੇ ਨੇ। ਇੱਕ ਲੈਵਲ ਇੱਦਾਂ ਦਾ ਆਉਂਦਾ ਹੈ ਜਿੱਥੇ ਪੈਸਾ ਮਾਈਨਸ ਹੋ ਜਾਂਦਾ ਹੈ। ਹੁਣ ਅਸੀਂ ਬੈਠੇ ਹਾਂ, ਜਿੱਦਾਂ ਸਮਝ ਲਓ ਵੀ ਕੋਈ ਬੰਦਾ ਸੈਂਟ ਵੇਚਦਾ ਹੋਵੇ ਅਤੇ ਸੁਭਾਵਿਕ ਜੀ ਗੱਲ ਹੈ ਵੀ ਉਹਦੇ ਹੱਥਾਂ ਦੇ ਵਿੱਚੋਂ, ਉਹਦੇ ਕੱਪੜਿਆਂ ਦੇ ਵਿੱਚੋਂ, ਹੁਣ ਤਾਂ ਸੈਂਟ ਜਿਹੜੀਆਂ ਨੇ ਉਹ ਬੋਟਲਸ ਦੇ ਵਿੱਚ ਬੰਦ ਹੀ ਹੋ ਕੇ ਆਉਂਦਾ ਹੈ, ਬਹੁਤਾ ਪਤਾ ਨਹੀਂ ਲੱਗਦਾ, ਪਰ ਜਿਹੜਾ ਵੇਚਦਾ ਹੈ ਉਹਦੇ ਹੱਥਾਂ ਦੇ ਵਿੱਚੋਂ ਆਪਣੇ ਆਪ ਹੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਨੇ ਵੇਚਿਆ ਹੀ ਹੈ, ਵਰਤਿਆ ਨਹੀਂ ਹੈ, ਉਹਨੇ ਵੇਚਿਆ ਹੈ ਬਸ, ਪਰ ਹੱਥਾਂ ਦੇ ਵਿੱਚੋਂ ਸਮੈਲ ਨਹੀਂ ਜਾਂਦੀ ਉਹਦੇ। ਅਤੇ ਦੂਜੇ ਪਾਸੇ ਜਿਹੜਾ ਬੰਦਾ ਚਮੜੇ ਦਾ ਕਾਰੋਬਾਰ ਕਰਦਾ ਹੋਵੇ, ਉਹਦੇ ਕੱਪੜਿਆਂ ਦੇ ਵਿੱਚੋਂ, ਉਹਦੇ ਹੱਥਾਂ ਦੇ ਵਿੱਚੋਂ ਸਾਰਾ ਦਿਨ ਬਦਬੂ ਨਹੀਂ ਜਾਂਦੀ। ਗੱਲ ਕੀ ਹੈ ਵੀ ਕੰਮ ਕੀਤਾ ਅਤੇ ਕੰਮ ਕਰਕੇ ਪਰੇ ਚਲੇ ਗਏ, ਪਰ ਉਸ ਕੰਮ ਦਾ ਇੱਕ ਅਸਰ ਉਹਦੇ ਪੱਲੇ ਰਹਿ ਗਿਆ। ਜਿੱਥੋਂ ਤੱਕ ਪੈਸਾ ਸੀ ਉੱਥੋਂ ਤੱਕ ਠੀਕ ਹੈ, ਪੈਸਾ ਵੀ ਅਸੀਂ ਬੈਠੇ ਹਾਂ, ਏਸੀ ਚੱਲਦੇ ਪਏ ਨੇ, ਪੱਖੇ ਚੱਲਦੇ ਪਏ ਨੇ, ਮਾਈਕ ਚੱਲਦਾ ਪਿਆ ਹੈ, ਠੀਕ ਹੈ, ਇਹ ਚੱਲਦਾ ਪਿਆ ਹੈ, ਬੜੀ ਵਧੀਆ ਗੱਲ ਹੈ, ਇੱਥੋਂ ਤੱਕ ਤੇ ਪੈਸਾ ਖਰਚਿਆ ਜਾ ਸਕਦਾ ਹੈ। ਅੱਗੇ ਜਿੱਥੇ ਪੈਸੇ ਦੀ ਗੱਲ ਹੀ ਨਹੀਂ ਹੋਣੀ, ਉੱਥੇ ਫਿਰ ਅਸੀਂ ਕੀ ਕਰਦੇ ਪਏ ਹਾਂ? ਉੱਥੇ ਉਹ ਅਮੋਲਕ ਹੈ। ਜਿੱਦਾਂ ਮੈਂ ਅਕਸਰ ਆਪ ਜੀ ਦੇ ਨਾਲ ਬੇਨਤੀ ਕਰਦਾ ਹੁੰਦਾ ਕਿ ਭਾਈ ਘਰੋਂ ਕੋਈ ਗੱਡੀ ਦੇ ਉੱਤੇ ਗੁਰਦੁਆਰੇ ਆ ਗਿਆ, ਕੋਈ ਪੈਦਲ ਆ ਗਿਆ, ਕੋਈ ਬਾਈਕ ਦੇ ਉੱਤੇ ਆ ਗਿਆ, ਅਤੇ ਕੋਈ ਕਿਸੇ ਤਰੀਕੇ ਨਾਲ ਵੀ ਪਹੁੰਚ ਗਿਆ। ਹੁਣ ਇੱਥੇ ਪਹੁੰਚ ਕੇ ਸਰੀਰ ਤੇ ਖਤਮ ਹੋ ਗਿਆ ਨਾ, ਸਰੀਰ ਦਾ ਕੰਮ ਇੱਥੇ ਖਤਮ ਹੋ ਗਿਆ ਹੈ। ਸਰੀਰ ਦੀ ਮੰਜ਼ਿਲ ਹੈ ਇੱਥੇ ਆ ਕੇ ਬੈਠ ਜਾਣਾ, ਇੱਥੇ ਹੁਣ ਸਰੀਰ ਦੀ ਮੰਜ਼ਿਲ ਨਹੀਂ ਹੈ, ਇੱਥੋਂ ਹੁਣ ਮਨ ਦੀ ਮੰਜ਼ਿਲ ਹੈ। ਅਤੇ ਸਰੀਰ ਤੇ ਪੈਸੇ ਦੇ ਨਾਲ ਤੁਰ ਫਿਰ ਸਕਦਾ ਹੈ, ਮਨ ਨੂੰ ਪੈਸੇ ਨਾਲ ਕੀ ਮਤਲਬ ਲੱਗੇ? ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਇਹ ਰਸਤਾ ਹੈ ਨਾ, ਇਹ ਮੁੱਲ ਜਾਣ ਵਾਲਾ ਰਸਤਾ ਨਹੀਂ ਹੈ। ਜਿੱਥੋਂ ਤੱਕ ਪੈਸਾ ਹੈ, ਮੈਂ ਫਿਰ ਆਪ ਜੀ ਦੇ ਅੱਗੇ ਰੱਖਿਆ ਹੈ ਕਿ ਪੈਸੇ ਦੀ ਇੱਕ ਲਿਮਿਟ ਹੈ। ਬੈਠਣ ਤੱਕ ਪੈਸਾ ਹੈ, ਅੱਗੇ ਕੰਨਾਂ ਤੱਕ ਪੈਸਾ ਨਹੀਂ ਹੈ। ਔਰ ਕੰਨਾਂ ਤੋਂ ਸੁਣ ਕੇ ਉਪਦੇਸ਼ ਨੂੰ ਦਿਲ ਦੇ ਵਿੱਚ ਵਸਾਉਣ ਦੇ ਵਿੱਚ ਇੱਥੇ ਪੈਸਾ ਕੁਝ ਨਹੀਂ ਕਰ ਸਕਦਾ। ਹੋ ਸਕਦਾ ਬੰਦਾ ਅਮੀਰ ਵੀ ਹੋਵੇ ਅਤੇ ਗੁਰੂ ਦੀ ਗੱਲ ਵੀ ਬੜੀ ਪੱਲੇ ਹੋਵੇ, ਅਤੇ ਹੋ ਸਕਦਾ ਬੰਦਾ ਗਰੀਬ ਵੀ ਹੋਵੇ ਅਤੇ ਗੁਰੂ ਦੀ ਗੱਲ ਫਿਰ ਵੀ ਪੱਲੇ ਨਾ ਹੋਵੇ।
ਤੇ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈ। ਮਲਕ ਭਾਗੋ ਵੀ ਹੋ ਸਕਦਾ ਤੇ ਭਾਈ ਲਾਲੋ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ। ਕਿਉਂ? ਕਿਉਂਕਿ ਇੱਥੇ ਹੁਣ ਪੈਸਾ ਨਹੀਂ ਮਾਇਨੇ ਰਹਿ ਗਿਆ, ਇੱਥੇ ਮਾਇਨੇ ਇਸ ਗੱਲ ਨੂੰ ਰੱਖਿਆ ਜਾ ਰਿਹਾ ਹੈ ਵੀ ਉਹ ਬੰਦੇ ਨੇ ਆਪਣਾ ਆਪਾ ਕਿੰਨਾ ਉਹਦੇ ਅੱਗੇ ਰੱਖਿਆ ਹੈ। ਬਾਹਰ ਦੀਆਂ ਚੀਜ਼ਾਂ ਦੇ ਨਾਲ ਮੁੱਲ ਨਹੀਂ ਆ ਸਕਦਾ। ਜੇ ਮੁੱਲ ਦੇ ਵਿੱਚ ਹੀ ਆਉਂਦਾ ਹੋਵੇ ਤੇ ਵੇਖੋ ਕਈਆਂ ਨੇ ਕਿੱਡਾ ਸੌਖਾ ਸਿਸਟਮ ਕੀਤਾ ਹੋਇਆ ਨਾ ਵੀ ਉਹਨਾਂ ਦੀਆਂ ਹਰ ਮਹੀਨੇ ਪਰਚੀਆਂ ਵੀ ਕੱਟੀਆਂ ਜਾਂਦੀਆਂ ਨੇ, ਕਮਰਿਆਂ ਦੇ ਕਿਰਾਏ ਵੀ ਧਾਰਮਿਕ ਸਥਾਨਾਂ ਦੇ ਉਹਨਾਂ ਦੇ ਘਰਾਂ ਦੇ ਵਿੱਚੋਂ ਜਾਂਦੇ ਨੇ, ਤੇ ਫਿਰ ਤੇ ਰੱਬ ਸਾਰਾ ਕੁਝ ਉਹਨਾਂ ਦਾ ਹੀ ਹੋ ਜਾਵੇ। ਇੱਦਾਂ ਦਾ ਕੁਝ ਨਹੀਂ ਬਣਦਾ। ਭਾਈ ਗੁਰਦਾਸ ਸਾਹਿਬ ਨੇ ਇੱਕ ਗੱਲ ਬੋਲੀ ਹੈ ਕਵਿਤ ਦੇ ਅੰਦਰ, ਉਹ ਕਹਿੰਦੇ ਅਸਲ ਦੇ ਵਿੱਚ, ਕਿਉਂਕਿ ਬਹੁਤਿਆਂ ਨੂੰ ਇੰਝ ਹੀ ਲੱਗਦਾ ਹੈ, ਮਾਫ਼ ਕਰਨਾ, ਹੋ ਸਕਦਾ ਹੈ ਸਾਡਾ ਲੈਵਲ ਕੁਝ ਹੋਰ ਅੱਗੇ ਨਿਕਲ ਗਿਆ ਹੋਵੇ, ਪਰ ਲੋਕੀ ਪਰਚੀਆਂ ਕਟਾਉਂਦੇ ਨੇ, ਲੋਕੀ ਸੇਵਾ ਕਰ ਲੈਂਦੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਕਰਨੀ ਨਹੀਂ ਚਾਹੀਦੀ, ਇਹਨੂੰ ਦੂਜੇ ਪਾਸੇ ਤੋਂ ਸਮਝ ਨਾ ਲਿਓ, ਪਰ ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ। ਲੋਕਾਂ ਲਈ ਇਹ ਕੀ ਖੇਡ ਹੈ? ਸਿਰਫ ਇਸ ਕਰਕੇ ਹੀ ਵੀ ਸਾਲ ਦੇ ਵਿੱਚ ਮੰਨ ਲਓ ਨਗਰ ਕੀਰਤਨ ਹੈ ਅਤੇ ਨਗਰ ਕੀਰਤਨ ਦੇ ਵਿੱਚ ਅਸੀਂ ਸਟਾਲ ਲਾਉਣਾ ਹੈ, ਦੂਜੇ ਨੇ ਵੀ ਸਟਾਲ ਲਾ ਲਿਆ, 100-100 ਮੀਟਰ ਦੇ ਉੱਤੇ 4-4 5-5 ਸਟਾਲ ਲੱਗ ਗਏ। ਹੁਣ ਹੋਇਆ ਕੀ? ਅਸੀਂ ਨਹੀਂ ਬਾਬੇ ਨੂੰ ਖੁਸ਼ ਕਰਨਾ, ਸਾਰੇ ਜਾਣੇ ਇਸੇ ਚੱਕਰ ਦੇ ਵਿੱਚ ਰਹਿ ਗਏ। ਔਰ ਵੇਖੋ ਇੱਕ ਦਿਨ ਦੇ ਵਿੱਚ ਇੰਨਾ ਵੀਰਾਨ ਹੋ ਗਿਆ, ਅਗਲੇ ਦਿਨ ਉੱਥੇ ਕੁਝ ਖਾਣ ਨੂੰ ਹੀ ਨਹੀਂ ਲੱਭਦਾ। ਇਹ ਖੇਡ ਹੈ ਸਾਡੀ। ਅਸੀਂ ਕਿੱਥੇ ਕਿੱਥੇ ਜੇ ਮਤਲਬ ਚੱਲਦੇ ਪਏ ਹਾਂ ਕਿ ਇੱਕੋ ਦਿਨ ਦੇ ਵਿੱਚ ਇੰਨਾ ਜ਼ਿਆਦਾ ਖਤਮ ਕਰ ਦਿਓ, ਅਗਲੇ ਦਿਨ ਬਾਅਦ ਦੇ ਵਿੱਚ ਕੁਝ ਲੱਭੇ ਵੀ ਨਾ। ਅਤੇ ਜੇ ਕੋਈ ਉੱਦਾਂ ਕੋਈ ਮੰਗਣ ਆ ਗਿਆ ਅਤੇ ਉਹਨੂੰ ਵੀ ਅੱਗੋਂ 4-4 ਗੱਲਾਂ ਸੁਣਾਓ ਵੀ ਦਿਨ ਹੈਗਾ ਸੀ ਤੂੰ ਉੱਦਣ ਆਉਂਦਾ, ਹੁਣ ਸਾਡਾ ਕੀ ਫਾਇਦਾ ਹੋ ਗਿਆ। ਮਤਲਬ ਪੈਸੇ ਤੋਂ ਅੱਗੇ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਪਈਆਂ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਫਲ ਫੂਲੈ ਲੈ ਜਾਏ ਬਨ ਰਾਏ ਪ੍ਰਤ, ਕਰੇ ਅਭਿਮਾਨ ਕਹੋ ਕੈਸੇ ਬਨੇ ਆਵੇ ਜੀ। ਮੈਂ ਸੋਚਦਾ ਵੀ ਰੱਬ ਨੂੰ ਪੈਸੇ ਦੇ ਨਾਲ ਜਾਂ ਚੀਜ਼ਾਂ ਦੇ ਨਾਲ ਰੱਖ ਦੇਵਾਂ ਵੀ ਚੀਜ਼ਾਂ ਦੇ ਨਾਲ ਖੁਸ਼ ਹੋ ਜਾਵੇਗਾ। ਇਹ ਤਾਂ ਕਹਿੰਦੇ ਇੱਦਾਂ ਦੀ ਗੱਲ ਹੈ, ਸਮਝ ਲਓ ਤੁਸੀਂ ਫੁੱਲਾਂ ਦੀਆਂ ਮਾਲਾਂ ਜਾ ਕੇ ਤੇ ਬਾਗ ਦੇ ਵਿੱਚ ਰੱਖਦੇ ਪਏ ਜੀ। ਬਾਗ ਨੂੰ ਕੀ ਲੱਗੇ ਸਾਡੇ ਫੁੱਲਾਂ ਦੇ ਨਾਲ? ਬਾਗ ਨੂੰ ਮਤਲਬ ਹੀ ਨਹੀਂ। ਜਿੱਥੇ ਪਹਿਲਾਂ ਹੀ ਇੰਨੇ ਫੁੱਲ ਨੇ ਉੱਥੇ ਮੈਂ ਇੱਕ ਮਾਲਾ ਰੱਖ ਵੀ ਦੇਵਾਂਗਾ ਤੇ ਕੀ ਵੱਧ ਹੋ ਰਿਹਾ ਹੈ? ਮੈਂ ਤਾਂ ਸਗੋਂ ਤੋੜ ਕੇ ਰੱਖਾਂਗਾ। ਇਹਦੇ ਵਿੱਚ ਹੀ ਮੈਂ ਹੰਕਾਰੀ ਹੋ ਗਿਆ। ਜੈਸੇ ਫਲ ਫੂਲੈ ਲੈ ਜਾਏ ਬਨ ਰਾਏ ਪ੍ਰਤ, ਪ੍ਰਤ ਕਰੇ ਅਭਿਮਾਨ ਕਹੋ ਕੈਸੇ ਬਨੇ ਆਵੇ ਜੀ। ਜੈਸੇ ਮੁਕਤਾਹਲ ਸਮੁੰਦਰ ਹੈ ਦਿਖਾਏ ਜਾਵੇ, ਬਾਰ ਬਾਰ ਹੀ ਸਰਾਹੇ ਸੋਭਾ ਤੋਂ ਨਾ ਪਾਵੇ ਜੀ। ਦੇ ਵੀ ਕੋਈ ਬੰਦਾ ਮੋਤੀ ਲੈ ਕੇ ਤੇ ਸਮੁੰਦਰ ਦੇ ਕੰਢੇ ਦੇ ਉੱਤੇ ਬੈਠ ਗਿਆ ਵੀ ਮੈਂ ਸਮੁੰਦਰ ਨੂੰ ਮੋਤੀ ਦੇਣਾ ਆ, ਤਾਂ ਕਹਿੰਦੇ ਬਸ ਕੀ ਹੈ, ਥੋੜ੍ਹਾ ਬਹੁਤਾ ਲੋਕਾਂ ਦੇ ਵਿੱਚ ਆਪਣੀ ਤਾਰੀਫ ਕਰਵਾ ਸਕਦਾ ਹੈ। ਗੱਲ ਕੀ ਹੈ? ਸਮੁੰਦਰ ਦੇ ਵਿੱਚ ਤੇ ਪਹਿਲਾਂ ਹੀ ਇੰਨੇ ਮੋਤੀ ਨੇ, ਸਮੁੰਦਰ ਨੂੰ ਕੀ ਮੋਤੀ ਦੇ ਸਕਦਾ ਹੈ? ਪਹਿਲਾਂ ਮੈਂ ਉਹਦੇ ਕੋਲੋਂ ਮੰਗਦਾ ਹਾਂ ਅਤੇ ਬਾਅਦ ਦੇ ਵਿੱਚ ਮੈਂ ਸੋਚਦਾ ਵੀ ਮੈਂ ਇਹਨੂੰ ਕੁਝ ਦੇ ਰਿਹਾ ਹਾਂ। ਇੱਕ ਗੱਲ ਆਉਂਦੀ ਹੈ ਨਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਗੱਲ, ਉਹ ਕਹਿੰਦੇ ਵੀ ਉਹ ਕਿਸੇ ਮੁਹਿੰਮ ਦੇ ਉੱਤੇ ਜਾਣਾ ਸੀ ਅਤੇ ਰਸਤੇ ਦੇ ਵਿੱਚ ਗੁਰਦੁਆਰਾ ਪੈਂਦਾ ਸੀ ਅਤੇ ਉਹ ਜਾਣ ਤੋਂ ਪਹਿਲਾਂ ਅਰਦਾਸ ਕਰਵਾ ਗਿਆ ਉੱਥੇ ਵੀ ਜੇ ਮੈਂ ਜਿੱਤ ਕੇ, ਵੀ ਅਰਦਾਸ ਕਰੋ ਮੇਰੀ, ਮੈਂ ਜਿੱਤ ਕੇ ਆ ਜਾਵਾਂ। ਚਲੋ ਮਾਲਕ ਦੀ ਕਿਰਪਾ ਹੀ ਜਿੱਤ ਕੇ ਆ ਗਿਆ। ਉਹ ਵਾਪਸ ਆਇਆ ਅਤੇ ਵਾਪਸ ਆ ਕੇ ਉੱਥੇ ਜਿਹੜਾ ਹੈਗਾ ਸੀ ਗ੍ਰੰਥੀ, ਉਹਨੂੰ ਕਹਿੰਦਾ ਵੀ ਮੇਰੀ ਅਰਦਾਸ ਕਰੋ। ਕਹਿੰਦੇ ਵੀ ਮੈਂ ਚਲੋ ਜਿੱਤ ਕੇ ਆ ਗਿਆ ਤਾਂ ਦੱਸੋ ਮੈਂ ਇਹਨੂੰ ਕੀ ਦੇਵਾਂ। ਇੱਦਾਂ ਹੀ ਲੋਕ ਆਉਂਦੇ ਨੇ, ਪਹਿਲਾਂ ਉਹਨਾਂ ਦੀ ਹਾਲਤ ਕੁਝ ਹੋਰ ਹੁੰਦੀ ਹੈ, ਮਹਾਰਾਜ ਬਖਸ਼ ਲਵੇ, ਪਰ ਜਿੱਦਣ ਕੁਝ ਮਿਲ ਜਾਂਦਾ ਹੈ ਫਿਰ ਉਹ ਕੁਝ ਹੋਰ ਰੂਪ ਦੇ ਵਿੱਚ ਗੁਰਦੁਆਰੇ ਆਉਂਦੇ ਨੇ। ਫਿਰ ਉਹ ਮੈਂ ਦੇ ਰੂਪ ਦੇ ਵਿੱਚ ਆਉਂਦੇ ਨੇ ਵੀ ਮੈਂ ਆ ਗੁਰਦੁਆਰੇ, ਦੱਸੋ ਸਾਨੂੰ ਵੀ ਸਾਡਾ ਧਿਆਨ ਕਿਉਂ ਨਹੀਂ ਰੱਖਿਆ ਗਿਆ। ਉਹਨਾਂ ਦੇ ਆਉਂਦਿਆਂ ਫਿਰ ਬਹੁਤਿਆਂ ਦੇ ਵਾਰੀ ਜਿੱਥੇ ਬਿਲਕੁਲ ਨਿਕੰਮੇ ਇੱਦਾਂ ਕਹਿ ਲਈਏ ਵੀ ਪ੍ਰਬੰਧਕ ਅਤੇ ਪ੍ਰਚਾਰਕ ਹੁੰਦੇ ਨੇ, ਉਹਨਾਂ ਦੇ ਆਉਂਦਿਆਂ ਫਿਰ ਕੀਰਤਨ ਵੀ ਰੋਕ ਦਿੱਤਾ ਜਾਂਦਾ। ਕਿਉਂ? ਕਿਉਂਕਿ ਬੰਦਾ ਜ਼ਿਆਦਾ ਵੱਡਾ ਹੋ ਗਿਆ। ਕਿੰਨੀਆਂ ਥਾਵਾਂ ਦੇ ਉੱਤੇ ਖਿਲਾਰੇ ਪੈ ਕੇ ਇਸ ਗੱਲ ਦੇ। ਉਹ ਆ ਕੇ ਕਹਿੰਦਾ ਜੀ ਮੈਂ ਜਿਹੜਾ ਹੈ ਉਹ ਇੱਥੇ ਕੁਝ ਦੇਣਾ ਚਾਹੁੰਦਾ ਹਾਂ। ਤਾਂ ਅੱਗੋਂ ਜਿਹੜਾ ਭਾਈ ਸੀ ਉਹ ਕਹਿੰਦਾ ਵੀ ਕੱਲ੍ਹ ਤਾਂ ਇੱਥੇ ਮੰਗਤਾ ਬਣਿਆ ਸੀ, ਅੱਜ ਤੂੰ ਦਾਤਾ ਬਣ ਗਿਆ ਇੱਥੇ ਆ ਕੇ। ਗੱਲ ਕੀ ਹੈ? ਤੁਸੀਂ ਬੰਦਿਆਂ ਦੀ ਹਾਲਤ ਵੇਖੋ, ਜਿੱਦਣ ਕੁਝ ਨਹੀਂ ਹੁੰਦਾ ਉਦਣ ਸਾਡੀ ਮੰਗਣੀ ਕਿੱਦਾਂ ਦੀ ਹੁੰਦੀ ਆ। ਮਿਲ ਜਾਂਦਾ ਹੈ ਤੇ ਬੰਦਿਆਂ ਦੀਆਂ ਬੋਲੀਆਂ ਹੀ ਬਦਲ ਜਾਂਦੀਆਂ ਨੇ। ਕੀ ਕਹਿ ਦਈਏ ਇੱਥੇ? ਜੈਸੇ ਮੁਕਤਾਹਲ ਸਮੁੰਦਰ ਹੈ ਦਿਖਾਏ ਜਾਵੇ, ਤੇ ਕਹਿੰਦੇ ਵੀ ਸਮੁੰਦਰ ਨੂੰ ਮੋਤੀ ਵਿਖਾਉਣ ਵਾਲੀ ਗੱਲ ਹੈ ਜਿਹਦੇ ਵਿੱਚ ਪਹਿਲਾਂ ਹੀ ਇੰਨੇ ਮੋਤੀ ਭਰੇ ਹੋਏ ਨੇ। ਬਾਰ ਬਾਰ ਹੀ ਸਰਾ ਹੈ ਸੋਭਾ ਤੋਂ ਨਾ ਪਾਵੇ ਜੀ। ਜੈਸੇ ਕਨੀ ਕੰਚਨ ਸੁਮੇਰ ਸਨਮੁਖ ਰਾਖ, ਸੋਨੇ ਦੀ ਕੋਈ ਛੋਟੀ ਜੀ ਕਣੀ, ਛੋਟਾ ਜਿਹਾ ਟੁਕੜਾ ਸੁਮੇਰ ਪਰਬਤ ਦੇ ਸਾਹਮਣੇ ਰੱਖ ਦੇਵੇ, ਜਿਹੜਾ ਹੈ ਹੀ ਪਹਾੜ ਸੋਨੇ ਦਾ ਹੈ, ਉਹਦੇ ਅੱਗੇ ਇੱਕ ਛੋਟੀ ਜੀ ਕਣੀ ਰੱਖ ਦਿੱਤੀ ਹੈ। ਮਨ ਮੈਂ ਗਰਬ ਕਰੇ ਤੇ ਮਨ 'ਚ ਹੰਕਾਰੀ ਹੋ ਜਾਵੇ ਜੀ ਮੈਂ ਤੇ ਬਹੁਤ ਕੁਝ ਦੇ ਦਿੱਤਾ ਹੈ। ਬਾਬਰੋ ਕਹਾਵੇ ਜੀ। ਭਾਈ ਗੁਰਦਾਸ ਸਾਹਿਬ ਕਹਿੰਦੇ ਲੋਕਾਂ ਦੇ ਵਿੱਚ ਬਾਬਰਾ ਹੀ ਕਹਾਇਆ ਜਾਵੇਗਾ, ਅੱਜ ਤੋਂ ਵੱਧ ਤੇ ਕੁਝ ਨਹੀਂ ਹੈ। ਤੈਸੇ ਗਿਆਨ ਧਿਆਨ ਠਾਣ ਪ੍ਰਾਣ ਦੇ ਰਿਝਾਇਓ ਚਾਹੇ। ਇੱਦਾਂ ਬੰਦਾ ਆਪਣੇ ਗਿਆਨ ਦੇ ਨਾਲ ਜਿੱਤਣਾ ਚਾਹੁੰਦਾ ਹੈ। ਉਹਨੂੰ ਵੀ ਮੈਨੂੰ 4 ਗੱਲਾਂ ਕਰਨੀਆਂ ਆ ਗਈਆਂ ਨੇ, ਰੱਬ ਤੇ ਮੇਰੇ ਹੱਥ ਦੇ ਵਿੱਚ ਹੀ ਹੈ, ਮੇਰੀ ਸੁਰਤ ਬੜੀ ਜੁੜਦੀ ਹੈ, ਹੁਣ ਤੇ ਰੱਬ ਮੇਰੇ ਹੱਥ ਦੇ ਵਿੱਚ ਹੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਪ੍ਰਾਨ ਪਤ ਸਤਿਗੁਰ ਕੈਸੇ ਕਹਿ ਰਿਝਾਵੇ ਜੀ।
ਉਹ ਵਿਚਾਰਾ ਪ੍ਰਾਣਾਂ ਦੇ ਪਤੀ ਸਤਿਗੁਰੂ ਨੂੰ ਕਿੱਦਾਂ ਖੁਸ਼ ਕਰ ਸਕਦਾ ਹੈ? ਗਿਆਨ ਉਹਦੇ ਕੋਲ ਪਹਿਲਾਂ ਹੀ ਇੰਨਾ ਜ਼ਿਆਦਾ, ਧਿਆਨ ਉਹਦੇ ਤੋਂ ਵੱਧ ਕਿਸੇ ਦੇ ਕੋਲ ਨਹੀਂ, ਅਤੇ ਮੈਂ ਆਪਣੀਆਂ ਕੁਝ ਚੀਜ਼ਾਂ ਰੱਖ ਕੇ ਉਹਦੇ ਕੋਲੋਂ ਲੈ ਕੇ ਅਤੇ ਫਿਰ ਉਹਨੂੰ ਹੀ ਰੱਖਦਾ ਪਿਆ ਹਾਂ। ਅਤੇ ਮੈਨੂੰ ਲੱਗਦਾ ਵੀ ਮੈਨੂੰ ਤੂੰ ਮਿਲਦਾ ਕਿਉਂ ਨਹੀਂ? ਬਾਬਾ ਰਵਿਦਾਸ ਦਾ ਤੁਸੀਂ ਰੋਜ਼ ਬਚਨ ਪੜ੍ਹਦੇ ਹੋ, ਜਿਹਦੇ ਵਿੱਚ ਉਹ ਗੱਲ ਕਰਦੇ ਨੇ, ਤੇਰੋ ਕੀਆ ਤੁਝੇ ਕਿਆ ਅਰਪੋਂ, ਵੀ ਸੱਚੇ ਪਾਤਸ਼ਾਹ ਸਾਰਾ ਕੁਝ ਤਾਂ ਤੇਰਾ ਦਿੱਤਾ ਹੋਇਆ, ਅਤੇ ਮੈਂ ਤੇਰਾ ਦਿੱਤਾ ਹੀ ਤੇਰੇ ਅੱਗੇ ਕੀ ਰੱਖ ਦੇਵਾਂ? ਇਸ ਨੂੰ ਫਿਰ ਕਹਿ ਦੇਵਾਂ, ਜ਼ਰੂਰੀ ਹੈ ਸਾਡੇ ਲਈ ਵੀ ਅਸੀਂ ਸੰਗਤ ਦੀ ਸੇਵਾ ਕਰੀਏ, ਪਰ ਦੂਜਾ ਪਾਸਾ ਵੀ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਇਹ ਇਸ ਪਾਸੇ ਤੋਂ ਨਹੀਂ ਵੀ ਮੈਨੂੰ ਬਦਲੇ ਦੇ ਵਿੱਚ ਕੁਝ ਮਿਲੇਗਾ, ਇਸ ਪਾਸੇ ਤੋਂ ਨਹੀਂ ਹੈ। ਇੱਕ ਗੱਲ ਦਾ ਜ਼ਿਕਰ ਜਿਹੜਾ ਹੈ ਭਾਈ ਨੰਦ ਲਾਲ ਜੀ ਨੇ ਕੀਤਾ ਹੈ, ਉਹ ਗੱਲ ਕਹਿ ਕੇ ਤੇ ਆਪਾਂ ਪੌੜੀ ਦੀ ਵਿਚਾਰ ਕਰਾਂਗੇ। ਭਾਈ ਨੰਦ ਲਾਲ ਕਹਿੰਦੇ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਹਾਜ਼ਰ ਹੋਇਆ ਤੇ ਮੈਂ ਮਹਾਰਾਜ ਨੂੰ ਇੱਕ ਗੱਲ ਕਹੀ ਕਿ ਸੱਚੇ ਪਾਤਸ਼ਾਹ ਤੂੰ ਇੱਕ ਵਾਰ ਮੇਰੇ ਵੱਲ ਵੇਖ ਲੈ, ਤੇ ਮੈਂ ਉਹਦੇ ਬਦਲੇ ਦੇ ਵਿੱਚ ਆਪਣੀ ਜ਼ਿੰਦਗੀ ਵੀ ਤੇਰੇ ਅੱਗੇ ਰੱਖ ਦੇਵਾਂਗਾ। ਪੈਸੇ ਦੀ ਤੇ ਗੱਲ ਹੀ ਖਤਮ ਹੋ ਗਈ, ਮੈਂ ਆਪਣੀ ਜ਼ਿੰਦਗੀ ਤੇਰੇ ਅੱਗੇ ਰੱਖ ਦੇਵਾਂਗਾ। ਤੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੱਗੋਂ ਮੈਨੂੰ ਜਵਾਬ ਦੇ ਦਿੱਤਾ ਵੀ ਇਹ ਤੇਰੇ ਤੇ ਮੇਰੇ ਵਿੱਚ ਸੌਦਾ ਕਦੋਂ ਦਾ ਹੋਣ ਲੱਗ ਪਿਆ? ਤੇ ਸੌਦਾ ਹੋ ਗਿਆ ਨਾ ਵੀ ਤੂੰ ਜ਼ਿੰਦਗੀ ਦੇ ਤੇ ਮੈਂ ਤੈਨੂੰ ਇੱਕ ਨਿਗਾਹ ਬਖਸ਼ ਦੇਵਾਂ, ਇਹ ਤਾਂ ਸੌਦਾ ਹੋ ਗਿਆ ਹੈ। ਉਹ ਤਾਂ ਖੇਡ ਹੀ ਬੜੀ ਅੱਗੇ ਦੀ ਹੈ। ਗੁਫਤਮ ਕੇ ਜਾਣਦੇ ਹਮ ਇਵਜ਼ੇ ਜਕ ਨਿਗਾਹੇ ਤੋਂ, ਗੁਫਤਾ ਮਿਆਨੇ ਮਾਂ ਉਹ ਤੋਂ ਸੌਦਾ ਨਵੇਂ ਸ਼ਬਦ। ਤੇ ਮੈਂ ਕਿਹਾ ਵੀ ਮੈਂ ਆਪਣੀ ਜਾਨ ਦੇ ਦੇਵਾਂ, ਮੇਰੇ ਵੱਲ ਇੱਕ ਵਾਰ ਵੇਖ ਤੇ ਲੈ। ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਤੇਰੇ ਤੇ ਮੇਰੇ ਵਿੱਚ ਸੌਦਾ ਨਹੀਂ ਹੋ ਸਕਦਾ, ਔਰ ਇਹ ਸੌਦਾ ਹੀ ਹੋ ਰਿਹਾ ਹੈ। ਕੋਈ 4500 ਦੀ ਪੂਜਾ ਕਰਾ ਕੇ ਸੌਦਾ ਕਰਾਉਣਾ ਚਾਹੁੰਦਾ ਹੈ, ਕੋਈ ਧਾਗੇ ਬੰਨ੍ਹ ਕੇ ਸੌਦਾ ਕਰਨਾ ਚਾਹੁੰਦਾ ਹੈ, ਕੋਈ ਗਲ ਦੇ ਵਿੱਚ ਮਾਲਾ ਪਾ ਕੇ ਸੌਦੇ ਕਰਨਾ ਚਾਹੁੰਦਾ ਹੈ, ਕੋਈ ਪਾਠ ਖਰੀਦ ਕੇ ਸੌਦੇ ਕਰਨਾ ਚਾਹੁੰਦਾ ਹੈ। ਕਿੱਥੇ ਸੌਦੇ ਨੇ ਇਹਨਾਂ ਚੀਜ਼ਾਂ ਦੇ? ਗੁਰਮੁਖ ਪੰਥ ਸੌਦਿਆਂ ਵਾਲਾ ਨਹੀਂ ਹੈ। ਮਹਿੰਗਾ ਲੰਗਰ ਲਾ ਲਓ, ਸਸਤਾ ਲੰਗਰ ਲਾ ਲਓ, ਕੋਈ ਫਰਕ ਨਹੀਂ ਇਸ ਗੱਲ ਦੇ ਨਾਲ ਪੈਂਦਾ। ਪਹੁੰਚ ਹੈ ਚੰਗਾ ਗਣਾ ਲਓ, ਨਹੀਂ ਪਹੁੰਚ ਹੈ ਤਾਂ ਕੋਈ ਗੱਲ ਨਹੀਂ, ਨੋਰਮਲ ਬਣਾ ਲਓ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ ਵੀ ਰੱਬ ਮੇਰੇ ਲੰਗਰਾਂ 'ਤੇ ਖੁਸ਼ ਹੋ ਰਿਹਾ। ਉਹ ਕੁਝ ਹੋਰ ਚੀਜ਼ ਵੇਖਦਾ ਪਿਆ ਜਿਹਦਾ ਮੁੱਲ ਹੀ ਨਹੀਂ ਹੈ। ਮੁੱਲ ਨਾ ਮਿਲੇ ਅਮੋਲ, ਇਹ ਅਮੋਲਕ ਹੈ। ਇਸ ਰਸਤੇ ਦੇ ਉੱਤੇ ਮੈਂ ਜਿਹੜੀ ਵਾਰ-ਵਾਰ ਬੇਨਤੀ ਕੀਤੀ ਹੈ, ਇੱਕ ਲੈਵਲ ਦੇ ਉੱਤੇ ਪੈਸਾ ਹੈ, ਅੱਗੇ ਪੈਸਾ ਵੀ ਨਹੀਂ ਹੈ। ਇੱਕ ਲੈਵਲ ਦੇ ਉੱਤੇ ਪੈਸਾ ਹੈ। ਮੈਨੂੰ ਕੋਈ ਇਹ ਕਹਿ ਸਕਦਾ ਹੈ ਵੀ ਮੈਂ ਤੁਹਾਨੂੰ ਗੱਲ ਸੁਣਾਉਣੀ ਹੈ ਇਸ ਕਰਕੇ, ਕਿਉਂਕਿ ਮੈਨੂੰ ਪੈਸੇ ਮਿਲਣੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਮੈਨੂੰ ਤਨਖਾਹ ਮਿਲਦੀ ਹੈ, ਪਰ ਇਸ ਤਨਖਾਹ ਤੋਂ ਵੱਧ ਮੈਂ ਕੀ ਲੈ ਕੇ ਜਾ ਰਿਹਾ ਹਾਂ ਗੁਰਦੁਆਰੇ ਵਿੱਚੋਂ, ਉਹ ਕਿਸੇ ਨਾਲ ਨਹੀਂ ਤੋਲਿਆ ਜਾ ਸਕਦਾ। ਉਹ ਮੈਨੂੰ ਪਤਾ ਵੀ ਮੈਂ ਕੀ ਲੈ ਕੇ ਜਾਂਦਾ ਹਾਂ ਜਦੋਂ ਮੈਂ ਇੱਥੇ ਬੈਠਾ ਹੋਇਆ। ਇਸ ਕਰਕੇ ਜਦੋਂ ਬੈਠਦੇ ਜੇ ਬੇਨਤੀ ਕਰ ਦੇਵਾਂ, ਤੁਸੀਂ ਜ਼ਿੰਦਗੀ ਦਾ ਸਮਾਂ ਦਿੰਦੇ ਜੇ ਇੱਥੇ, ਔਰ ਬੜੀ ਅਹਿਮ ਹੈ ਜ਼ਿੰਦਗੀ ਤੁਹਾਡੀ, ਇਹਨੂੰ ਐਵੇਂ ਨਾ ਗਵਾ ਲਓ। ਜਦੋਂ ਤੁਸੀਂ ਸਮਾਂ ਦੇ ਕੇ ਬੈਠੇ ਜੀ ਨਾ, ਤਾਂ ਸਮਝੋ ਵੀ ਕਿਆ ਕੀ ਜਾ ਰਿਹਾ ਹੈ। ਇਹ ਤਾਂ ਹੁਣੇ ਮੈਂ ਕਹਿ ਕੇ ਆਇਆ ਹਾਂ, ਗੇਮ ਖੇਡ ਕੇ ਮੁੜ ਜਾਂਦੇ ਨੇ ਗੁਰਦੁਆਰੇ, ਕੀ ਕਰਾਂਗੇ ਅਸੀਂ? ਔਰ ਜੇ ਕਹਿ ਦਈਏ ਤਾਂ ਉਹਨਾਂ ਨੂੰ ਲੱਗਦਾ ਵੀ ਤੁਸੀਂ ਕਿਉਂ ਕਹਿੰਦੇ ਜੇ ਗੁਰਦੁਆਰਾ ਤਾਂ ਸਾਡਾ ਹੈ। ਠੀਕ ਹੈ, ਅਸੀਂ ਤਾਂ ਅੱਜ ਇੱਥੇ ਕੱਲ੍ਹ ਨਹੀਂ ਵੀ ਹੋਵਾਂਗੇ, ਅਤੇ ਬਾਅਦ ਦੇ ਵਿੱਚ ਹੱਸ ਕੇ ਵਿਖਾਉਣਗੇ 10-15 ਸਾਲਾਂ ਬਾਅਦ। ਕੀ ਕਰਾਂਗੇ? ਕੱਲ੍ਹ ਨੂੰ ਪ੍ਰਬੰਧ ਵੀ ਤਾਂ ਇਹਨਾਂ ਦੇ ਕੋਲ ਹੀ ਆਉਣਾ ਨਾ ਗੁਰਦੁਆਰਿਆਂ ਦਾ, ਅਤੇ ਫਿਰ ਵੇਖ ਲਓ ਤੁਸੀਂ ਕੀ ਹਾਲ ਹੁੰਦਾ। ਅਸੀਂ ਕਿਸੇ ਨੂੰ ਕੀ ਕਹੀਏ? ਸਾਡੇ ਕਹੇ ਦਾ ਤਾਂ ਬੁਰਾ ਮੰਨ ਜਾਂਦੇ ਨੇ ਉਸੇ ਵੇਲੇ। ਬਖਸ਼ ਲਵੋ। ਤੁਹਾਡੇ ਬੱਚੇ ਵੀ ਆਉਂਦੇ ਨੇ ਗੁਰਦੁਆਰੇ, ਤੁਹਾਨੂੰ ਦੱਸਿਆ ਕਰੋ ਵੀ ਦਰਬਾਰ ਸਾਹਿਬ ਬੈਠਣਾ ਹੁੰਦਾ, ਹੋਰ ਕਿਸੇ ਪਾਸੇ ਨਹੀਂ ਜਾਣਾ ਹੁੰਦਾ। ਇਸ ਕਰਕੇ ਮੈਂ ਗੱਲ ਕੀਤੀ ਹੈ ਵੀ ਇਹ ਚੀਜ਼ਾਂ ਬੰਦੇ ਨੂੰ ਫਿਰ ਲੱਗੇਗਾ ਵੀ ਸਾਲ ਬਾਅਦ ਇੱਕ ਅਖੰਡ ਪਾਠ ਸਾਹਿਬ ਕਰਾ ਲਓ, ਇੱਕ ਸਹਿਜ ਪਾਠ ਕਰਾ ਲਓ, ਇੱਕ ਅੱਧਾ ਲੰਗਰ ਲਾ ਦਿਓ, ਇੱਕ ਅੱਧਾ ਸੁਖਮਨੀ ਸਾਹਿਬ ਦਾ ਪਾਠ ਕਰਾ ਲਓ, ਨਾਲੇ ਰੱਬ ਦਾ ਲਾਮਾ ਲੱਥ ਗਿਆ ਅਤੇ ਨਾਲੇ ਆਪਣਾ ਲੱਥ ਗਿਆ। ਇਹ ਨਾ ਸੋਚਿਓ ਵੀ ਇਹ ਹੁੰਦਾ ਨਹੀਂ ਹੈ, ਸਾਰਾ ਕੁਝ ਕਰਵਾ ਲੈਣਾ ਚਾਹੀਦਾ ਹੈ। ਪਰ ਜੇ ਕਿਤੇ ਬੰਦੇ ਜਿੱਦਾਂ ਵਿਹਲੇ ਹੋ ਗਏ ਨਾ ਵੀ ਅੱਜ ਆਹ ਦਿਨ ਆ ਗਿਆ ਹੈ ਅਤੇ ਇੰਨੇ ਦੀ ਪਰਚੀ ਕਟਾਓ, ਚਲੋ ਜੀ ਆਪਾਂ ਵੀ ਵਿਹਲੇ ਅਤੇ ਰੱਬ ਵੀ ਵਿਹਲਾ, ਕਿੱਡੇ ਕਮਾਲ ਦੀ ਗੱਲ ਹੋ ਗਈ ਨਾ। ਮਹਾਰਾਜ ਕਹਿੰਦੇ ਸੌਦੇਬਾਜ਼ੀਆਂ ਹੋ ਰਹੀਆਂ ਨੇ। ਮੁੱਲ ਨਾ ਮਿਲੇ ਅਮੋਲ, ਇਹ ਰਸਤਾ ਮੁੱਲ ਨਹੀਂ ਜੇ ਮਿਲਣਾ, ਇਹ ਅਮੋਲਕ ਰਸਤਾ ਹੈ। ਇਹਦੇ ਵਿੱਚ ਤੁਹਾਨੂੰ ਸਮਝਣਾ ਹੀ ਪਵੇਗਾ ਤੁਹਾਡਾ ਆਪਣਾ ਆਪਾ ਕਿਵੇਂ ਦਾ ਹੈ, ਅਤੇ ਕੀ ਇਸ ਮਾਰਗ ਦੇ ਵਿੱਚੋਂ ਤੁਸੀਂ ਗ੍ਰਹਿਣ ਕਰਦੇ ਪਏ ਜੀ, ਕੀ ਪ੍ਰਾਪਤ ਕਰੀ ਜਾ ਰਹੇ ਜੀ। ਅਤੇ ਮੈਂ ਇਹ ਵੀ ਕਹਿ ਦੇਵਾਂ, ਸ਼ਾਇਦ ਸਾਨੂੰ ਇੰਝ ਲੱਗੇਗਾ ਵੀ ਅੱਜ ਅਸੀਂ ਕਥਾ ਸੁਣੀ ਜਾਂ ਕੱਲ੍ਹ ਕਥਾ ਸੁਣੀ ਜਾਂ ਕੀਰਤਨ ਸੁਣਿਆ, ਸਾਡਾ ਕੁਝ ਬਣਿਆ ਨਹੀਂ। ਪਰ ਮਹਾਰਾਜ ਨਹੀਂ ਇੱਦਾਂ ਮੰਨਦੇ। ਮਹਾਰਾਜ ਕਹਿੰਦੇ ਨੇ ਤੁਸੀਂ ਜੋ ਸੁਣਿਆ ਹੈ ਉਹਦਾ ਕਿਤੇ ਨਾ ਕਿਤੇ ਅਸਰ ਤੁਹਾਡੇ ਉੱਤੇ ਜ਼ਰੂਰ ਪੈ ਚੁੱਕਾ ਹੈ। ਜਿੱਦਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਵੇਲੇ ਸਾਖੀ ਆਉਂਦੀ ਹੈ ਨਾ ਕਿ ਸੱਚੇ ਪਾਤਸ਼ਾਹ ਜੇ ਬਾਣੀ ਪੜ੍ਹਦੇ ਹਾਂ ਅਤੇ ਸਾਨੂੰ ਅਰਥ ਵੀ ਸਮਝ ਨਹੀਂ ਆਉਂਦੇ, ਅਤੇ ਉਸ ਬਾਣੀ ਪੜ੍ਹੀ ਦਾ ਫਾਇਦਾ ਹੈ। ਅਤੇ ਗੁਰੂ ਸਾਹਿਬ ਨੇ ਫਿਰ ਉਹ ਦੱਸਿਆ ਨਾ, ਜਿੱਥੇ ਉਹ ਰਸਤੇ ਦੇ ਵਿੱਚ ਇੱਕ ਠੀਕਰਾਂ ਵਾਲਾ ਉਹ ਜਿਹੜਾ ਕੁੱਜਾ ਟੁੱਟਾ ਪਿਆ ਸੀ, ਜਿਹਦੇ ਵਿੱਚ ਘਿਓ ਰੱਖਿਆ ਹੋਇਆ ਸੀ ਕਿਸੇ ਨੇ, ਅਤੇ ਉਹਦੇ ਵਿੱਚ ਜਦੋਂ ਉੱਥੇ ਲਾਗੇ ਪਹੁੰਚੇ ਅਤੇ ਸੂਰਜ ਦੀਆਂ ਕਿਰਨਾਂ ਉਹਦੇ ਉੱਤੇ ਪੈ ਰਹੀਆਂ ਸੀ, ਅਤੇ ਮਹਾਰਾਜ ਕਹਿੰਦੇ ਇਹਨੂੰ ਲੈ ਕੇ ਆਓ। ਜਦੋਂ ਲੈ ਕੇ ਆਂਦਾ
ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਆ ਵੇਖੋ ਇਹ ਤੋਂ ਕੀ ਪ੍ਰਤੀਤ ਹੁੰਦਾ। ਕਹਿੰਦੇ ਜੀ ਲੱਗਦਾ ਤੇ ਇੱਦਾਂ ਵੀ ਇਸ ਭਾਂਡੇ ਦੇ ਵਿੱਚ, ਇਸ ਬਰਤਨ ਦੇ ਵਿੱਚ ਪਹਿਲਾਂ ਘਿਓ ਪਾਇਆ ਹੁੰਦਾ ਸੀ। ਤੁਹਾਨੂੰ ਕਿੱਦਾਂ ਪਤਾ ਲੱਗਾ? ਜੀ ਇਹਦੇ ਵਿੱਚ ਨਾ ਚਿਕਨਾਈ ਹੈ, ਇੱਥੋਂ ਪਤਾ ਲੱਗ ਗਿਆ। ਤੇ ਮਹਾਰਾਜ ਕਹਿੰਦੇ ਬਸ ਵੇਖ ਲਓ, ਘਿਓ ਤੇ ਪਾ ਕੇ ਕੱਢ ਲਿਆ ਸੀ, ਪਰ ਉਸ ਘਿਓ ਨੇ ਆਪਣਾ ਅਸਰ ਕੁਝ ਨਾ ਕੁਝ ਤੇ ਉੱਥੇ ਰੱਖਿਆ ਹੈ ਨਾ। ਨਹੀਂ ਵੀ ਅਰਥ ਸਮਝ ਆ ਰਹੇ, ਇਹ ਨਹੀਂ ਸਮਝਣਾ ਵੀ ਅਰਥ ਸਮਝਣੇ ਹੀ ਨਹੀਂ ਨੇ। ਜੇ ਕਿਸੇ ਵੇਲੇ ਨਹੀਂ ਵੀ ਅਰਥ ਸਮਝ ਆ ਰਹੇ, ਕੋਈ ਗੱਲ ਨਹੀਂ, ਉਹਦਾ ਕਿਤੇ ਨਾ ਕਿਤੇ ਅਸਰ ਤੇ ਸਾਡੇ ਉੱਤੇ ਹੋ ਹੀ ਰਿਹਾ ਹੈ, ਕਿਤੇ ਨਾ ਕਿਤੇ ਤੇ ਇਹ ਚੀਜ਼ ਪ੍ਰਭਾਵ ਪਾ ਹੀ ਰਹੀ ਹੈ। ਪਰ ਹੁਣ ਅਰਥ ਸਮਝਣ ਦੇ ਲਈ ਕੀ ਪੈਸੇ ਦੇ ਦੇਵਾਂਗੇ ਕਿ ਮੈਂ ਕਹਾਂ ਜੀ ਮੈਂ ਅਰਥ ਸਮਝਣੇ ਨੇ ਪੈਸੇ ਦੇ ਦੇਵਾਂ। ਕੀਰਤਨ ਦੀਆਂ ਕਲਾਸਾਂ ਦੇ ਪੈਸੇ ਹੋ ਸਕਦੇ ਨੇ, ਕੀਰਤਨ ਦੇ ਕਾਹਦੇ ਪੈਸੇ ਨੇ? ਬੜੇ ਜਾਣੇ ਆ ਕੇ ਸਿੱਖਦੇ ਪਏ ਨੇ ਇੰਟਰਸਟ ਦੇ ਵਿੱਚ ਆ ਕੇ, ਮਹਾਰਾਜ ਕਿਰਪਾ ਕਰੇ ਕੀਰਤਨ ਸਿੱਖ ਲਿਆ ਤੇ ਫਿਰ ਕਾਹਦਾ ਮੁੱਲ ਹੈ? ਇਹਨਾਂ ਚੀਜ਼ਾਂ ਦਾ ਕੋਈ ਮੁੱਲ ਹੀ ਨਹੀਂ ਹੈ। ਪਾਠ ਕਰਨ ਦਾ ਕੋਈ ਮੁੱਲ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਅਮੋਲਕ ਨੇ। ਹਜ਼ੂਰ ਕਹਿੰਦੇ ਮੁੱਲ ਨਾ ਮਿਲੇ, ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਇਹਨਾਂ ਚੀਜ਼ਾਂ ਦੇ ਵਿੱਚ ਸਰਮਾਇਆ ਪੈਸਾ ਲਾਉਣ ਤੋਂ ਵੱਧ ਅਸੀਂ ਕੀ ਗ੍ਰਹਿਣ ਕਰ ਲੈਂਦੇ ਹਾਂ। ਹੁਣ ਤੁਸੀਂ ਬੈਠੇ ਹੋ, ਮੈਂ ਤੁਹਾਡੀ ਇਸ ਕਰਕੇ ਗੱਲ ਕਰਦਾ ਪਿਆ ਕਿਉਂਕਿ ਤੁਸੀਂ ਸੁਣਦੇ ਪਏ ਜੇ। ਹੁਣ ਤੁਸੀਂ ਬੈਠੇ ਜੇ, ਇਸ ਬੈਠੇ ਦੇ ਵਿੱਚ ਤੁਸੀਂ ਕੀ ਫਾਇਦਾ ਲੈ ਰਹੇ ਹੋ ਇਸ ਬੈਠਣ ਦਾ? ਜਿੱਥੇ ਮੇਰੇ ਵਿੱਚ ਕੋਈ ਖਾਮੀ ਨਜ਼ਰ ਆਵੇਗੀ, ਆਪ ਜੀ ਨੇ ਬੇਸ਼ੱਕ ਇਸ ਗੱਲ ਨੂੰ ਬੋਲ ਦੇਣਾ, ਮੈਂ ਸੁਣਨ ਦੇ ਲਈ ਤਿਆਰ ਹਾਂ ਵੀ ਇਸ ਚੀਜ਼ ਨੂੰ ਇੱਦਾਂ ਪ੍ਰੈਜ਼ੈਂਟ ਕਰੋ, ਮੈਂ ਸੁਣਨ ਦੇ ਲਈ ਤਿਆਰ ਹਾਂ। ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਮੈਂ ਕਹਾਂ ਜੀ ਮੈਂ ਤੁਹਾਨੂੰ ਇੱਥੇ ਮੱਤ ਦੇਣ ਆਇਆ ਹਾਂ। ਕੋਈ ਮੱਤ ਦੇਣ ਨਹੀਂ ਆਇਆ। ਜੋ ਤੁਹਾਡੇ ਲਈ ਪਹਿਲਾ ਹੈ ਉਹ ਮੇਰੇ ਲਈ ਵੀ ਨਵਾਂ ਹੈ। ਇਹ ਸਾਰਾ ਕੁਝ ਮੇਰੇ ਲਈ ਵੀ ਪਹਿਲੀ ਵਾਰ ਹੋ ਰਿਹਾ ਹੈ। ਪਰ ਮੈਂ ਇਸ ਗੱਲ ਨੂੰ ਕਹਿੰਦਾ ਹਾਂ ਵੀ ਜੇ ਆ ਕੇ ਬੈਠੇ ਹਾਂ ਤੇ ਐਵੇਂ ਨਾ ਸਮਾਂ ਸਾਡਾ ਕਿਤੇ ਗੁਆਚ ਜਾਵੇ ਵੀ ਘਰ ਦੇ ਕਹਿਣ ਜੀ ਗੁਰਦੁਆਰੇ ਗਏ ਆ ਤੇ ਗੁਰਦੁਆਰੇ ਵਾਲੇ ਪੁੱਛਣ ਵੀ ਕੀ ਸਿੱਖਿਆ ਹੈ। ਸਿੱਖ ਤੇ ਬੜਾ ਕੁਝ ਲਿਆ ਪਰ ਸਮਝ ਨਹੀਂ ਲੱਗੀ ਵੀ ਕੀ ਸਿੱਖਿਆ ਹੈ। ਇਹ ਫਿਰ ਦਿੱਕਤ ਹੋ ਜਾਵੇਗੀ। ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਤੁਹਾਨੂੰ ਕੁਝ ਪਤਾ ਨਹੀਂ ਹੈ, ਕਿਉਂਕਿ ਮੈਂ ਅਜੇ ਪਰਸੋਂ ਹੀ ਇਸ ਗੱਲ ਨੂੰ ਸ਼ਾਇਦ ਬੋਲਿਆ ਹੈ ਵੀ ਇਹ ਤੁਸੀਂ ਬੈਠਦੇ ਜੇ ਤੇ ਇਹ ਗੱਲਾਂ ਹੋ ਜਾਂਦੀਆਂ ਨੇ, ਤੁਸੀਂ ਨਾ ਬੈਠੋ ਤੇ ਇਹ ਗੱਲਾਂ ਵੀ ਨਹੀਂ ਹੋਣਗੀਆਂ। ਉਹ ਗੱਲਾਂ ਦਾ ਲੈਵਲ ਕੁਝ ਹੋਰ ਹੋ ਜਾਵੇਗਾ। ਇਸ ਕਰਕੇ ਮੈਨੂੰ ਪਤਾ ਵੀ ਤੁਸੀਂ ਸੁਣ ਲੈਂਦੇ ਜੇ ਤੇ ਮੈਂ ਇਹ ਗੱਲਾਂ ਆਪ ਜੀ ਦੇ ਅੱਗੇ ਰੱਖਦਾ। ਔਰ ਕਦੀ ਵੀ ਤੁਹਾਨੂੰ ਪਿੰਨ ਪੁਆਇੰਟ ਦੇ ਉੱਤੇ ਲਿਆ ਕੇ ਮੈਂ ਇਸ ਕਰਕੇ ਗੱਲ ਨਹੀਂ ਕਰਦਾ। ਮੈਨੂੰ ਪਤਾ ਵੀ ਤੁਸੀਂ ਸੰਗਤ ਕੀ ਹੋ, ਤੁਸੀਂ ਕਿਸ ਲੈਵਲ ਦੇ ਉੱਤੇ ਦਿੰਦੇ ਜੇ। ਬਾਹਰ ਦੇ ਪ੍ਰਚਾਰਕ ਆਉਂਦੇ ਨੇ ਨਾ, ਚਾਹੇ ਕਥਾ ਕਰਨ ਆਉਂਦੇ ਨੇ, ਚਾਹੇ ਕੀਰਤਨ ਕਰਨ ਆਉਂਦੇ ਨੇ, ਅਸੀਂ ਉਹਨਾਂ ਦੇ ਨਾਲ ਗੱਲਾਂ ਕਰਦੇ ਹੁੰਦੇ ਤਾਂ ਫਿਰ ਦੱਸਦੇ ਹੁੰਦੇ ਵੀ ਵਾਕਿਆ ਸੰਗਤ ਬੈਠ ਕੇ ਸੁਣਨ ਵਾਲੀ ਹੈ। ਨਹੀਂ ਤਾਂ ਬੜੀਆਂ ਥਾਵਾਂ ਦੇ ਉੱਤੇ ਸੰਗਤ ਇੱਦਾਂ ਦੀ ਹੁੰਦੀ ਹੈ ਵੀ ਜਦੋਂ ਆਉਣਾ ਹੀ ਮਹੀਨੇ 'ਚ ਇੱਕ ਵਾਰ ਹੈ ਤਾਂ ਉਹਨਾਂ ਨੇ ਇਹੋ ਡੀਕਣਾ ਵੀ ਛੇਤੀ ਆਨੰਦ ਸਾਹਿਬ ਹੋਵੇ ਅਤੇ ਚੱਲੀਏ ਥੱਲੇ ਖਾ ਕੇ ਅਤੇ ਵਿਹਲੇ ਹੋ ਜਾਈਏ। ਉਹ ਪਤਾ ਵੀ ਸੰਗਤ ਆਉਂਦੀ ਹੈ ਅਤੇ ਆਉਣ ਵਾਲੀ ਸੰਗਤ ਹੀ ਰੋਜ਼ ਬਾਣੀ ਪੜ੍ਹ ਸਕਦੀ ਹੈ, ਬਾਹਰ ਦੇ ਬੰਦੇ ਤਾਂ ਸੰਗਤ ਬਾਣੀ ਪੜ੍ਹ ਵੀ ਨਹੀਂ ਸਕਦੇ। ਇਸ ਕਰਕੇ ਇਹ ਚੀਜ਼ਾਂ ਨੇ ਜਿੱਥੋਂ ਹੁਣ ਪੈਸੇ ਦੀ ਗੱਲ ਖਤਮ ਹੋ ਗਈ ਆ ਭਾਈ। ਤੁਸੀਂ ਸੋਹਣਾ ਗੁਰਦੁਆਰਾ ਬਣਾ ਸਕਦੇ ਜੇ, ਸੋਹਣਾ ਪੱਥਰ ਲਾ ਸਕਦੇ ਜੇ, ਬੜੀਆਂ ਹੋਰ ਸਹੂਲਤਾਂ ਆ ਸਕਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਬੜਾ ਕੁਝ ਵਧੀਆ ਆ ਸਕਦਾ। ਘਰੋਂ ਅਸੀਂ ਮਹਿੰਗੀ ਗੱਡੀ 'ਤੇ ਆ ਸਕਦੇ ਹਾਂ, ਪਰ ਅੱਗੇ ਆ ਕੇ ਪੈਸਾ ਕੰਮ ਨਹੀਂ ਕਰੇਗਾ। ਅੱਗੇ ਸਿਰਫ ਆਪਣਾ ਆਪਾ ਹੀ ਕੰਮ ਕਰੇਗਾ। ਇੱਥੇ ਉਹ ਚੀਜ਼ਾਂ ਮੁੱਲ ਨਹੀਂ ਖਰੀਦੀਆਂ ਜਾ ਸਕਦੀਆਂ। ਉਹ ਕਿੱਦਾਂ ਖਰੀਦਿਆ ਜਾ ਸਕਦਾ ਹੈ? ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਮੁੱਲ ਨਾ ਮਿਲੇ ਅਮੋਲ। ਭਾਈ ਗੁਰਮੁਖ ਪੰਥ ਅਮੋਲ ਹੈ, ਇਹ ਬਰਾਬਰ ਦੀਆਂ ਚੀਜ਼ਾਂ ਦੇ ਮੁਕਾਬਲੇ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਨਾ ਕੀਮਤ ਪਾਈ ਹੈ, ਇਹਦੀ ਕੀਮਤ ਨਹੀਂ ਦੱਸੀ ਜਾ ਸਕਦੀ। ਪਾਏ ਤਰਾਜੂ ਤੋਲ ਨਾ ਅਤੁੱਲ ਤਲਾਈ ਹੈ। ਜਿਹੜਾ ਹੈ ਹੀ ਅਮੋਲਕ ਹੈ, ਉਹਨੂੰ ਫਿਰ ਤੱਕੜੀ ਦੇ ਵਿੱਚ ਵੀ ਨਹੀਂ ਤੋਲਿਆ ਜਾ ਸਕਦਾ। ਮਤਲਬ ਜਿੱਦਾਂ ਬਾਕੀ ਚੀਜ਼ਾਂ ਤੱਕੜੀ ਦੇ ਵਿੱਚ ਮਿਲ ਜਾਂਦੀਆਂ ਨੇ ਨਾ, ਇਹ ਤੱਕੜੀ ਦੇ ਵਿੱਚ ਵੀ ਨਹੀਂ ਮਿਲਦੀਆਂ। ਮਤਲਬ ਕਿਸੇ ਵੀ ਚੀਜ਼ ਦੇ ਮੁਕਾਬਲੇ ਦੇ ਉੱਤੇ ਵੀ ਇੱਕ ਪਾਸੇ ਆਹ ਚੀਜ਼ ਰੱਖ ਦਿਓ, ਦੂਜੇ ਪਾਸੇ ਗੁਰਮੁਖ ਪੰਥ ਤੁਹਾਡੇ ਕੋਲ ਆ ਜਾਵੇ, ਸਿੱਖੀ ਤੁਹਾਡੇ ਕੋਲ ਆ ਜਾਵੇ, ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆਉਂਦੀ ਸਿੱਖੀ। ਫਿਰ ਨਾਲ ਉਹਨਾਂ ਨੇ ਕੀ ਕਿਹਾ? ਨਿਜ ਘਰ ਤਖਤ ਅਡੋਲ। ਭਾਈ ਗੁਰਦਾਸ ਸਾਹਿਬ ਨੂੰ ਜੇ ਪੁੱਛ ਲਈਏ ਵੀ ਤੁਸੀਂ ਕਹਿੰਦੇ ਜੇ ਵੀ ਇਹ ਜਿਹੜਾ ਪੰਥ ਹੈ ਇਹ ਮੁੱਲ ਨਹੀਂ ਮਿਲਦਾ, ਅਤੇ ਇਹ ਪੰਥ ਜਿਹੜਾ ਹੈ ਉਹ ਤੋਲਿਆ ਵੀ ਨਹੀਂ ਜਾਂਦਾ, ਅਤੇ ਇਸ ਰਸਤੇ ਦੇ ਉੱਤੇ ਚੱਲ ਕੇ ਸਾਨੂੰ ਮਿਲੇਗਾ ਕੀ? ਭਾਈ ਗੁਰਦਾਸ ਸਾਹਿਬ ਕਹਿੰਦੇ ਇਸ ਪੰਥ ਦੇ ਉੱਤੇ ਚੱਲ ਕੇ ਸਾਨੂੰ ਅਡੋਲਤਾ ਮਿਲਦੀ ਹੈ। ਅਡੋਲਤਾ ਕੀ ਹੈ? ਸਾਨੂੰ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਸਾਡੀ ਹਾਲਤ ਬਾਬਾ ਰਵਿਦਾਸ ਨੇ ਬੋਲੀ ਹੈ। ਉਹ ਕਹਿੰਦੇ ਨੇ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਬਨ ਲਗਤ ਹੈ। ਭਾਈ ਬਾਬਾ ਰਵਿਦਾਸ ਸਾਹਿਬ ਜੀ ਦਾ ਬੋਲ ਹੈ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ। ਕਹਿੰਦੇ ਵੇਖੋ ਮਿੱਟੀ ਦਾ ਪੁਤਲਾ ਨੱਚਦਾ ਕਿਵੇਂ ਹੈ। ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ। ਬਸ ਭੱਜਦਾ ਹੀ ਫਿਰਦਾ ਹੈ। ਜਦੋਂ ਹਵਾ ਆਉਂਦੀ ਹੈ ਨਾ, ਤੁਸੀਂ ਵੇਖੋ ਪੋਲੀਥੀਨ ਕਦੀ ਇੱਧਰ ਤੇ ਕਦੀ ਇੱਧਰ। ਆਪਣੀ ਜ਼ਿੰਦਗੀ ਨੂੰ ਸੋਚ ਕੇ ਵੇਖੀਏ, ਜ਼ਿੰਦਗੀ ਸਾਡੀ ਵੀ ਇੱਦਾਂ ਹੀ ਹੈ। ਖੁਸ਼ੀ ਆ ਗਈ ਤਾਂ ਅਸੀਂ ਖੁਸ਼ੀ ਵਾਲੇ ਪਾਸੇ ਉੱਡ ਕੇ ਚਲੇ ਗਏ, ਗਮੀ ਆ ਗਈ ਤਾਂ ਗਮੀ ਵਾਲੇ ਪਾਸੇ ਉੱਤੇ ਉੱਡ ਕੇ ਚਲੇ ਗਏ। ਅਸੀਂ ਅਡੋਲ ਕਿੱਥੇ ਹਾਂ? ਜਬ ਕਛ ਪਾਵੈ ਕੁਝ ਪਾ ਲਿਆ ਤੇ ਬੜਾ ਹੰਕਾਰ ਹੈ।
ਮਾਇਆ ਗਈ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਚੀਜ਼ਾਂ ਚੱਲੀਆਂ ਗਈਆਂ ਤੇ ਵੇਖੋ ਕਿੰਨੀ ਫਰਸਟ੍ਰੇਸ਼ਨ ਹੈ, ਕਿੰਨਾ ਰੋਣ ਹੈ। ਕਿੰਨੇ ਕੁ ਅਸੀਂ ਅਡੋਲ ਬੈਠੇ ਹਾਂ ਜ਼ਿੰਦਗੀ ਦੇ ਵਿੱਚ, ਅਸੀਂ ਕਹਿ ਦਈਏ ਜੀ ਕੋਈ ਨਹੀਂ, ਜੋ ਰੱਬ ਕਰਦਾ ਪਿਆ ਹੈ ਠੀਕ ਕਰਦਾ ਪਿਆ ਹੈ। ਕਿੰਨੀ ਕੁ ਅਡੋਲਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਹਨੂੰ ਇੱਦਾਂ ਬੋਲਿਆ ਹੈ, ਚਿੱਤ ਚੱਲੈ ਵਿਤ ਜਾਮਣੋ ਸਾਕਤ ਡੋਲ ਡੋਲਾਏ। ਵੇਖਿਓ, ਕਹਿੰਦੇ ਵਿੱਤ ਦਾ ਮਤਲਬ ਹੁੰਦਾ ਹੈ, ਜਿੱਦਾਂ ਇੱਕ ਤੁਸੀਂ ਅਹੁਦਾ ਵੇਖੋਗੇ ਵਿੱਤ ਮੰਤਰੀ, ਪੈਸੇ ਵਾਲਾ ਮੰਤਰੀ, ਜਿਹਦਾ ਪੈਸੇ ਦਾ ਹਿਸਾਬ ਕਿਤਾਬ ਹੁੰਦਾ ਨਾ, ਵਿੱਤ ਸ਼ਾਸਤਰ। ਪੈਸਾ ਚਲਿਆ ਗਿਆ ਤੇ ਬੰਦੇ ਦਾ ਚਿੱਤ ਵੀ ਨਾਲੇ ਡੋਲ ਗਿਆ। ਚਿੱਤ ਚੱਲੈ ਵਿੱਤ ਜਾਮਣੋ, ਮਨਮੁਖ ਡੋਲ ਡੋਲਾਏ। ਮਨਮੁਖ ਬੰਦਾ ਇਹਨਾਂ ਚੀਜ਼ਾਂ ਦੇ ਵਿੱਚ ਹੀ ਡੋਲਦਾ ਰਹਿੰਦਾ ਹੈ। ਤੇ ਫਿਰ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ, ਜੀ ਇਸ ਰਸਤੇ 'ਤੇ ਚੱਲਾਂਗੇ ਤੇ ਸਾਨੂੰ ਕੀ ਮਿਲੇਗਾ? ਭਾਈ ਗੁਰਦਾਸ ਸਾਹਿਬ ਕਹਿੰਦੇ, ਇਸ ਰਸਤੇ ਦੇ ਉੱਤੇ ਚੱਲੋਗੇ ਨਾ ਤੇ ਤੁਸੀਂ ਬੈਲੈਂਸ ਦੇ ਵਿੱਚ ਆ ਜਾਵੋਗੇ। ਇਹ ਇੱਦਾਂ ਦੀ ਖੇਡ ਹੈ, ਵੇਖੋ, ਜਿਹੜੀ ਸਾਡੀ ਬਾਹਰ ਦੀ ਜ਼ਿੰਦਗੀ ਹੈ। ਤੁਸੀਂ ਸਾਰਿਆਂ ਨੇ, ਚਲੋ ਸਾਨੂੰ ਤੇ ਮਹਾਰਾਜ ਨੇ ਬਚਾ ਲਿਆ ਹੈ, ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ, ਬੜਾ ਕੁਝ ਦਿੱਤਾ ਰੱਬ ਨੇ, ਬਹੁਤ ਕੁਝ। ਤੁਹਾਡੇ ਸਾਰਿਆਂ ਦੇ ਵਿੱਚੋਂ ਤੁਸੀਂ ਉਹਨਾਂ ਦੇ ਬਾਰੇ ਵੀ ਵੇਖਿਆ ਜਿਨ੍ਹਾਂ ਦੇ ਬਿਜ਼ਨਸ ਸਮਝ ਲਓ ਵੀ A ਤੋਂ Z 'ਤੇ ਹੀ ਚਲੇ ਗਏ, ਜਾਂ ਇੱਦਾਂ ਕਹਿ ਲਈਏ ਵੀ 10 ਤੋਂ 0 ਦੇ ਉੱਤੇ ਹੀ ਆ ਕੇ ਡਿੱਗ ਪਏ। ਸਾਰਾ ਕੁਝ ਹੀ ਖਤਮ ਹੋ ਗਿਆ। ਇਕੱਲੇ ਇੰਡੀਆ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹਨਾਂ 2 ਸਾਲਾਂ 'ਚ ਕੀ ਵਾਪਰ ਗਿਆ, ਤੁਸੀਂ ਕਿਹੜੇ ਖਬਰਾਂ ਨਹੀਂ ਪੜ੍ਹਦੇ? ਤੇ ਕਈਆਂ ਦੇ ਨਾਲ ਇੱਦਾਂ ਹੋ ਗਿਆ ਵੀ ਜਿਨ੍ਹਾਂ ਦੀ ਇਹਨਾਂ ਦਿਨਾਂ ਦੇ ਵਿੱਚ ਚਾਂਦੀ ਹੋ ਗਈ। ਚਲੋ ਉਹ ਵੱਖਰਾ ਪਾਸਾ ਹੈ। ਦੁਨੀਆ ਇੱਦਾਂ ਹੀ ਚੱਲਦੀ ਹੈ, ਜਿਹਦੇ ਵਿੱਚ ਕਦੀ ਚੀਜ਼ਾਂ ਇੰਨੀਆਂ ਜ਼ਿਆਦਾ ਆ ਜਾਂਦੀਆਂ ਨੇ ਵੀ ਸਾਡੇ ਕੋਲ ਸੰਭਾਲਣੀਆਂ ਔਖੀਆਂ ਹੋ ਜਾਣਗੀਆਂ, ਤੇ ਕਦੀ ਹੋ ਸਕਦਾ ਸੰਭਾਲੀਆਂ ਵੀ ਇੱਕੋ ਵਾਰੀ ਨਿਕਲ ਜਾਣ। ਇਹ ਪਤਾ ਹੀ ਨਹੀਂ ਜ਼ਿੰਦਗੀ ਦੇ ਵਿੱਚ। ਤੇ ਸਭ ਤੋਂ ਔਖਾ ਉਦੋਂ ਹੁੰਦਾ ਹੈ ਆਪਣੇ ਆਪੇ ਦੇ ਵਿੱਚ ਰਹਿਣਾ, ਵੀ ਜਦੋਂ ਤੁਹਾਨੂੰ ਚੀਜ਼ ਮਿਲੀ ਹੈ ਤੁਸੀਂ ਕਿੰਨਾ ਕੁ ਬੈਲੈਂਸ ਰੱਖਿਆ ਹੈ ਆਪਣੇ ਆਪ ਨੂੰ, ਤੇ ਜਾਂ ਚੀਜ਼ ਗਈ ਹੈ ਤੇ ਉਦੋਂ ਆਪਣੇ ਆਪ ਨੂੰ ਕਿੰਨਾ ਕੁ ਬੈਲੈਂਸ ਰੱਖਿਆ ਹੈ। ਜਿੰਨਾ ਤੁਸੀਂ ਆਪਣੇ ਆਪ ਨੂੰ ਬੈਲੈਂਸ ਰੱਖ ਸਕਦੇ ਜੇ, ਤੁਸੀਂ ਓਨੇ ਹੀ ਸੌਖੇ ਜੇ ਇਸ ਜ਼ਿੰਦਗੀ ਦੇ ਵਿੱਚ। ਸਮੇਤ ਮੇਰੇ, ਮੈਨੂੰ ਪਤਾ ਹੈ ਮੇਰੇ ਹੱਥ ਦੇ ਵਿੱਚ ਜੋ ਕੁਝ ਅੱਜ ਹੈ ਕੱਲ੍ਹ ਨੂੰ ਮੇਰੇ ਹੱਥੋਂ ਜਾਣਾ ਹੈ, ਪਰ ਮੈਂ ਜਾਣ ਨਹੀਂ ਦੇਣਾ ਚਾਹੁੰਦਾ। ਕਿਉਂ? ਜੇ ਜਾਵੇਗਾ ਤਾਂ ਮੈਂ ਰੋਵਾਂਗਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਭਾਈ ਇਸ ਰਸਤੇ 'ਤੇ ਚੱਲੋਗੇ ਨਾ ਤੇ ਤੁਹਾਨੂੰ ਅਡੋਲਤਾ ਆਵੇਗੀ। ਤੁਹਾਨੂੰ ਪਹਿਲਾਂ ਹੀ ਇਸ ਗੱਲ ਨੂੰ ਸੋਚ ਕੇ ਜਾਣਾ ਚਾਹੀਦਾ ਹੈ ਕਿ ਭਾਈ ਜਿਹੜਾ ਅੱਜ ਮੇਰੇ ਕੋਲ ਹੈ, ਹੋ ਸਕਦਾ ਹੈ ਕੱਲ੍ਹ ਨੂੰ ਮੇਰੇ ਕੋਲ ਨਾ ਹੋਵੇ, ਤੇ ਹੋ ਸਕਦਾ ਹੈ ਇਹਦੇ ਤੋਂ ਵੱਧ ਵੀ ਹੋ ਜਾਵੇ। ਮੈਂ ਅਕਸਰ ਇਸ ਗੱਲ ਦਾ ਹਵਾਲਾ ਦਿੰਦਾ ਹੁੰਦਾ ਹਾਂ ਜਦੋਂ ਇੱਥੇ ਬੋਲਦਾ ਹੁੰਦਾ, ਕਿਉਂਕਿ ਜ਼ਿਆਦਾ ਪਰਿਵਾਰ ਉਹ ਬੈਠਦੇ ਨੇ ਇੱਥੇ ਆ ਕੇ ਜਿਹੜੇ 47 ਦੇ ਵਿੱਚ ਪਾਕਿਸਤਾਨ ਤੋਂ ਆਏ ਨੇ, ਜਿਨ੍ਹਾਂ ਦੇ ਵੱਡੇ ਆਏ ਨੇ। ਤੇ ਇਸ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਕਿ ਸਿਰਫ ਮੈਂ ਨਹੀਂ, ਕਿਉਂਕਿ ਇਹ ਲਿਖਤਾਂ ਦੇ ਹਵਾਲੇ ਨੇ। ਇੱਕ ਬੰਦੇ ਮੈਨੂੰ ਇੱਥੇ ਬਾਬਾ ਜੀ ਮਿਲਦੇ ਹੁੰਦੇ ਸੀ, ਕਹਿੰਦੇ ਸਾਡੇ ਬਾਬਾ ਜੀ ਜਦੋਂ ਆਏ ਤੇ ਸਾਰਾ ਪਰਿਵਾਰ ਨਾਲ, ਤੇ ਇੱਕ ਟਰੰਕ ਸੀ ਉਹਨਾਂ ਦੇ ਕੋਲ, ਹੋਰ ਕੁਝ ਵੀ ਨਹੀਂ ਸੀ। ਤੇ ਇੱਕ ਟਰੰਕ 'ਚ ਕਿੰਨੇ ਪਰਿਵਾਰ ਦੇ ਕੱਪੜੇ ਨਹੀਂ ਪੈਂਦੇ, ਬੰਦਾ ਕੀ ਲੈ ਕੇ ਆਇਆ ਹੋਵੇਗਾ। ਉਹ ਆਪਣੇ ਬਾਬਿਆਂ ਦੇ ਕੋਲੋਂ ਕਿਤੇ ਬੈਠ ਕੇ ਬੱਚਾ ਸੁਣੇ ਤੇ ਸਹੀ ਵੀ ਜਦੋਂ ਤੁਸੀਂ ਆਏ ਸੀ ਤੁਸੀਂ ਕੀ ਲੈ ਕੇ ਆਏ ਸੀ। ਇੱਕ ਬਾਬਾ ਜੀ ਹੋਰ ਮਿਲੇ ਸੀ, ਉਹ ਕਹਿੰਦੇ ਸਾਡੀਆਂ ਬੱਸਾਂ ਚੱਲਦੀਆਂ ਹੁੰਦੀਆਂ ਸੀ ਉਸ ਵੇਲੇ, ਤੇ ਇੱਥੇ ਆਏ ਤੇ ਸਮਝ ਲਓ ਵੀ ਇੱਕ ਛੋਟੀ ਜਿਹੀ ਦੁਕਾਨ ਦੇ ਵਿੱਚ ਉੱਥੇ ਉਹਦਾ ਕਹਿੰਦੇ ਵੀ ਸਾਡੇ ਚਲੋ ਡੈਡੀ ਨੇ ਪੜ੍ਹਾਇਆ ਸਾਨੂੰ ਬਹੁਤ ਚੰਗਾ। ਇਹ ਇੱਥੇ ਮੋਤੀ ਨਗਰ ਦੀ ਗੱਲ ਹੈ। ਕਹਿਣ ਦਾ ਭਾਵ ਕੀ ਹੈ ਵੀ ਵੇਖੋ, ਇੱਕ ਸਮਾਂ ਵੀ ਕੁਝ ਵੀ ਨਹੀਂ ਪਤਾ, ਨਹੀਂ ਵੀ ਇੱਥੇ ਆ ਕੇ ਬਣਨਾ ਕੀ ਹੈ। ਮਾਲਕ ਨੇ ਘਰ ਵੀ ਦੇ ਦਿੱਤੇ, ਸਾਰੀਆਂ ਜ਼ਿੰਦਗੀਆਂ ਵੀ ਦੇ ਦਿੱਤੀਆਂ, ਤੇ ਕਈ ਚੀਜ਼ਾਂ ਦੇ ਵੀ ਕਿਸੇ ਦਿਨ 47 ਦੇ ਵਿੱਚ ਵੀ ਇੱਕ ਵਾਰ ਮਾਰ ਖਾਧੀ ਤੇ 84 ਦੇ ਵਿੱਚ ਦੁਬਾਰਾ ਖਾ ਲਈ। ਮਾਲਕ ਨੇ ਫਿਰ ਸਾਰਾ ਕੁਝ ਦੇ ਦਿੱਤਾ ਜ਼ਿੰਦਗੀ ਦੇ ਵਿੱਚ, ਕਿੰਨਾ ਕੁਝ ਦੇ ਦਿੱਤਾ। ਇਹ ਤਾਂ ਆਉਂਦੀਆਂ ਰਹਿੰਦੀਆਂ ਨੇ ਚੀਜ਼ਾਂ ਜ਼ਿੰਦਗੀ ਦੇ ਵਿੱਚ। ਮੈਂ ਆਪਣੇ ਆਪ ਨੂੰ ਕਿੰਨਾ ਕੁ ਬੈਲੈਂਸ ਕਰਕੇ ਰੱਖਦਾ ਹਾਂ। ਭਾਈ ਗੁਰਦਾਸ ਸਾਹਿਬ ਕਹਿੰਦੇ, ਇਸ ਰਸਤੇ 'ਤੇ ਚੱਲੋਗੇ ਨਾ ਭਾਈ, ਤੇ ਆਪਣੇ ਆਪ ਨੂੰ ਅਡੋਲ ਰੱਖ ਪਾਓਗੇ। ਕਿਉਂ? ਨਿਜ ਘਰ ਤਖਤ ਅਡੋਲ। ਤੁਸੀਂ ਨਿਜ ਘਰ ਦੇ ਵਿੱਚ ਅਡੋਲਤਾ ਦੇ ਵਿੱਚ ਰਹੋਗੇ, ਡੋਲੋਗੇ ਨਹੀਂ ਐਡੀ ਜਲਦੀ ਵੀ ਹਾਏ ਹੁਣ ਪਤਾ ਨਹੀਂ ਕੀ ਹੋ ਜਾਣਾ ਹੈ, ਹਾਏ ਆਹ ਕੀ ਹੋ ਜਾਣਾ ਹੈ। ਨਹੀਂ ਤਾਂ ਛੋਟੀ ਛੋਟੀ ਜ਼ਿੰਦਗੀ ਦੇ ਵਿੱਚ ਗੱਲ ਆ ਜਾਂਦੀ ਹੈ ਤੇ ਬੰਦੇ ਜ਼ਿੰਦਗੀਆਂ ਖ਼ਤਮ ਕਰ ਲੈਂਦੇ ਨੇ। ਕਿੰਨੀ ਕੁ ਵੱਡੀ ਗੱਲ ਹੁੰਦੀ ਹੈ, ਤੁਸੀਂ ਦੇਖ ਲਓ। ਪੈਸਿਆਂ ਦੇ ਘਾਟੇ ਦੇ ਵਿੱਚ ਗਏ ਬੰਦੇ ਜ਼ਿੰਦਗੀਆਂ ਖ਼ਤਮ ਕਰ ਲੈਂਦੇ ਨੇ ਆਪਣੀਆਂ। ਕਿਉਂ? ਕਿਉਂਕਿ ਇੱਕ ਚੀਜ਼ ਨੂੰ ਐਡਾ ਵੱਡਾ ਮੰਨ ਲਿਆ ਵੀ ਹੁਣ ਤਾਂ ਦੁਬਾਰਾ ਜ਼ਿੰਦਗੀ ਜੀ ਹੀ ਨਹੀਂ ਜਾਣੀ। ਅਡੋਲਤਾ ਕਿੰਨੀ ਕੁ ਹੈ ਜ਼ਿੰਦਗੀ ਦੇ ਵਿੱਚ। ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ, ਕਹਿੰਦੇ ਭਾਈ ਇਸ ਗੱਲ ਨੂੰ ਸੁਣੋ, ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ। ਕਿੱਦਾਂ ਦੀ ਵੀ ਹਾਲਤ ਹੋਵੇ ਸੁਸਾਇਟੀ ਦੇ ਵਿੱਚ, ਮੈਂ ਇਹ ਨਹੀਂ ਕਹਿੰਦਾ ਵੀ ਇਹ ਗੱਲਾਂ ਲੈਕਚਰ ਦੇ ਵਿੱਚ ਕਰ ਦੇਣੀਆਂ ਬੜੀਆਂ ਸੌਖੀਆਂ ਨੇ ਵੀ ਭਾਈ ਆਪਣੇ ਆਪ ਨੂੰ ਬੈਲੈਂਸ ਦੇ ਵਿੱਚ ਰੱਖੋ। ਪਤਾ ਹੈ ਜਦੋਂ ਕਿਸੇ ਪਾਸੇ ਤੋਂ ਘਾਟਾ ਪੈ ਰਿਹਾ ਹੋਵੇ ਬੜਾ ਔਖਾ ਹੁੰਦਾ ਹੈ ਇਸ ਚੀਜ਼ ਨੂੰ ਬਚਾ ਕੇ ਚੱਲਣਾ, ਪਰ ਕੀਤਾ ਵੀ ਕੀ ਜਾ ਸਕਦਾ ਹੈ ਵੀ ਹੁਣ ਹਰ ਇੱਕ ਦੇ ਅੱਗੇ ਬੰਦਾ ਰੋਵੇ ਵੀ ਨਹੀਂ ਜੀ ਉਹ ਨਹੀਂ ਹੋ ਰਿਹਾ, ਆਹ ਨਹੀਂ ਹੋ ਰਿਹਾ। ਕੀ ਕੀਤਾ ਜਾ ਸਕਦਾ? ਸਾਰਿਆਂ ਦੀ ਹਾਲਤ ਇਹੋ ਹੀ ਹੈ।
ਕਿਸੇ ਦੇ ਨਾਲ ਨਾਰਾਜ਼ਗੀ ਕਰਕੇ ਵੀ ਕੀ ਹੋਵੇਗਾ। ਸਤਿਗੁਰੂ ਕਹਿੰਦੇ ਭਾਈ ਰਾਤੀ ਹੋਵਨ ਕਾਲੀਆਂ, ਜਦੋਂ ਕਾਲੀਆਂ ਰਾਤਾਂ ਹੁੰਦੀਆਂ ਨੇ ਨਾ, ਸੁਪੇਦਾ ਸੇਵਨ, ਤੇ ਜਿਹੜੀਆਂ ਸਫੇਦ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਸਫੈਦ ਹੀ ਰਹਿੰਦੀਆਂ ਨੇ, ਉਹ ਤੇ ਕਾਲੀਆਂ ਨਹੀਂ ਹੋ ਜਾਂਦੀਆਂ ਰਾਤ ਦੇ ਹਨੇਰੇ ਦੇ ਵਿੱਚ। ਹੁਣੇ ਲਾਈਟ ਬੰਦ ਕਰ ਦਿਓ, ਜਿਹੜਾ ਪ੍ਰਸ਼ਾਦ ਵਾਲਾ ਕਾਊਂਟਰ ਹੈ ਤਾਂ ਸਫੇਦ ਹੀ ਰਹੇਗਾ, ਉਹ ਕਾਲਾ ਤਾਂ ਨਹੀਂ ਹੋ ਜਾਵੇਗਾ। ਗੱਲ ਸਿਰਫ ਇੰਨੀ ਕੁ ਹੈ, ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ, ਦੇਹ ਬੱਗਾ ਤਪੈ ਕਣਾ। ਦਿਨ ਬਿਲਕੁਲ ਚਿੱਟਾ ਹੋਵੇ, ਸੂਰਜ ਚੜਿਆ ਹੋਵੇ, ਬਿਲਕੁਲ ਸੂਰਜ ਤਪਦਾ ਪਿਆ ਹੋਵੇ, ਕਾਲਿਆ ਕਾਲੇ ਵਨ, ਤੇ ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ। ਇਹ ਨਹੀਂ ਵੀ ਦਿਨ ਦੇ ਚਾਨਣ ਦੇ ਨਾਲ ਕਾਲੀ ਚੀਜ਼ ਚਿੱਟੀ ਹੋ ਜਾਵੇ ਤੇ ਰਾਤ ਦੇ ਹਨੇਰੇ ਦੇ ਨਾਲ ਚਿੱਟੀ ਚੀਜ਼ ਕਾਲੀ ਹੋ ਜਾਵੇ। ਜਿੱਦਾਂ ਉਹ ਆਪਣਾ ਸੁਭਾਅ ਨਹੀਂ ਨਾ ਬਦਲਦੇ, ਇੱਦਾਂ ਗੁਰਮੁਖ ਪੰਥ ਹੈ ਜਿਹੜਾ ਏਡੀ ਜਲਦੀ ਡੋਲਦਾ ਨਹੀਂ ਹੈ ਬੰਦਾ। ਗੁਰਮੁਖ ਪੰਥ ਨਿਜ ਘਰ ਤਖਤ ਅਡੋਲ ਨਾ ਡੋਲ ਡੁਲਾਈਐ। ਇਸ ਰਸਤੇ 'ਤੇ ਚੱਲਣਾ ਇਸ ਕਰਕੇ ਵੀ ਸਾਨੂੰ ਮਾਲਕ ਅਡੋਲਤਾ ਦੇਵੇ, ਸਾਨੂੰ ਮਾਲਕ ਸਬਰ ਦੇਵੇ। ਜਿਹਨੂੰ ਅਸੀਂ ਪੜ੍ਹਦੇ ਹਾਂ, ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਕਿ ਸੱਚੇ ਪਾਤਸ਼ਾਹ ਆਪਣੇ ਹੱਥ ਦੇ ਕੇ ਤੇ ਡੋਲਣ ਤੋਂ ਬਚਾ ਲਵੀ। ਜ਼ਿੰਦਗੀ ਦੇ ਵਿੱਚ ਪਤਾ ਹੀ ਨਹੀਂ ਅਗਲੇ ਪਲ ਦੇ ਵਿੱਚ ਕੀ ਹੋ ਜਾਵੇ, ਤੇ ਵਾਰ-ਵਾਰ ਬੰਦੇ ਦਾ ਮਨ ਡੋਲਦਾ ਹੈ। ਇਸ ਕਰਕੇ ਮਹਾਰਾਜ ਦੇ ਕੋਲ ਅਰਦਾਸ ਕੀਤੀ ਤੇ ਕਰਨੀ ਵੀ ਚਾਹੀਦੀ ਹੈ ਕਿ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਦਿਨ ਦੇ ਵਿੱਚ ਜਿੰਨੀ ਵਾਰ ਵੀ ਪੜਿਆ ਜਾਵੇ ਓਨੀ ਵਾਰ ਹੀ ਥੋੜਾ ਹੈ, ਕੋਈ ਗਿਣਤੀ ਨਹੀਂ, ਕਿਸੇ ਪਾਸੇ ਤੋਂ ਨਹੀਂ। ਮਾਲਕ ਆਪ ਆਪਣੀ ਖੇਡ ਵਰਤਾਵੇ। ਇਸ ਕਰਕੇ ਕਹਿੰਦੇ ਨੇ ਭਾਈ ਗੁਰਮੁਖਾਂ ਦਾ ਜਿਹੜਾ ਪੰਥ ਹੈ ਨਾ, ਇਹਦੇ ਵਿੱਚ ਅਡੋਲਤਾ ਹੈ। ਤੇ ਨਾਲ ਕੀ ਕਿਹਾ, ਗੁਰਮੁਖ ਪੰਥ ਨਿਰੋਲ। ਇਹ ਇੱਦਾਂ ਦਾ ਪੰਥ ਹੈ ਜਿਹੜਾ ਬਿਲਕੁਲ ਨਿਰੋਲ ਹੈ। ਨਿਰੋਲ ਦਾ ਮਤਲਬ ਹੁੰਦਾ ਹੈ ਨਿਰਾਲਾ, ਵੱਖਰਾ, ਜਿਹਦੇ ਵਿੱਚ ਮਿਕਸ ਨਹੀਂ ਕੀਤਾ ਜਾ ਸਕਦਾ ਕੁਝ। ਬਹੁਤਿਆਂ ਨੂੰ ਇੰਝ ਲੱਗਦਾ ਨਾ ਵੀ ਭਾਈ ਇਹ ਸਾਰੇ ਕੰਮ ਹੀ ਕਰੀ ਜਾਂਦੇ ਨੇ, ਵੀ ਕਈਆਂ ਦੀ ਹਾਲਤ ਇੱਦਾਂ ਦੀ ਵੀ ਹੁੰਦੀ ਨਾ ਵੀ ਉਹ ਹਰ ਇੱਕ ਨੂੰ ਨਾਰਾਜ਼ ਨਹੀਂ ਕਰਨਾ, ਉਹ ਉਹਨਾਂ ਦੇ ਆਖੇ ਵੀ ਲੱਗ ਜਾਓ। ਜੇ ਕਿਸੇ ਨੇ ਕਹਿਤਾ ਵਰਤ ਰੱਖ ਲਓ, ਚਲੋ ਜੀ ਵਰਤ ਰੱਖ ਲਓ। ਜੇ ਕਿਸੇ ਨੇ ਕਹਿਤਾ ਸੋਮਵਾਰ ਪੂਜਾ ਕਰ ਲਓ, ਵਿਚਾਰੇ ਸੋਮਵਾਰ ਪੂਜਾ 'ਚ ਲੱਗ ਗਏ। ਮਤਲਬ ਨਾਰਾਜ਼ ਨਹੀਂ ਕਿਸੇ ਨੂੰ ਕਰਨਾ। ਉਹਨਾਂ ਨੂੰ ਫਿਰ ਕੀ ਕਿਹਾ ਜਾ ਸਕਦਾ ਹੈ? ਉਹਨਾਂ ਨੂੰ ਸਿਰਫ ਇੰਨਾ ਕੁ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ, ਜਿੱਦਾਂ ਸੋਨਾ ਹੁੰਦਾ ਨਾ, ਇੱਕ ਖਾਸ ਕੈਰਟ ਦੇ ਉੱਤੇ ਜਦੋਂ ਆ ਜਾਂਦਾ ਤੇ ਫਿਰ ਉਹਨੂੰ ਕਿਹਾ ਜਾਂਦਾ ਵੀ ਠੀਕ ਹੈ ਜੀ, ਹੁਣ ਇਹ ਜਿਹੜਾ ਸੋਨਾ ਨਾ ਇਹ ਸ਼ੁੱਧ ਹੋ ਗਿਆ ਹੈ। ਪਰ ਜਿੰਨਾ ਚਿਰ ਤੱਕ ਉਹਦੇ ਵਿੱਚੋਂ ਮੈਲ ਨਹੀਂ ਨਿਕਲਦੀ, ਉਹਨੂੰ ਅੱਗ ਦੇ ਉੱਤੇ ਰੱਖ ਕੇ ਤੇ ਓਨੀ ਵਾਰ ਉਹਨੂੰ ਘੁਮਾਇਆ ਜਾਂਦਾ ਹੈ। ਕਿਉਂ? ਕਿਉਂਕਿ ਉਹਦੇ ਵਿੱਚੋਂ ਖੋਟ ਕੱਢਣੀ ਹੁੰਦੀ ਹੈ। ਇੱਦਾਂ ਜਿੰਨੀ ਜਿੰਨੀ ਸਾਡੀ ਜ਼ਿੰਦਗੀ 'ਚ ਖੋਟ ਹੈ ਨਾ, ਕਦੀ ਬੰਦਾ ਇੱਧਰ ਤੁਰ ਪੈਂਦਾ, ਕਦੀ ਇੱਧਰ ਤੁਰ ਪੈਂਦਾ। ਜਦੋਂ ਉਹਦੇ ਵਾਂਗੂ ਪਿਓਰ ਹੋ ਗਿਆ ਜ਼ਿੰਦਗੀ ਦੇ ਵਿੱਚ, ਸੋਨੇ ਦੇ ਵਾਂਗੂ, ਆਪਣੇ ਆਪ ਹੀ ਟਿਕ ਜਾਣਾ ਹੈ। ਜਿਉਂ ਕਨਕੋ ਕੋਠਾਰੀ ਚਰਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਪਏ ਹੈ ਬਾਰਹ ਤਬ ਤੇ ਥਾਨ ਥਿਰੋ। ਬਸ ਬੜੀ ਸੌਖੀ ਜੀ ਉਦਾਹਰਣ ਹੈ। ਜਿੰਨਾ ਚਿਰ ਉਹਦੇ ਵਿੱਚੋਂ ਮੈਲ ਨਹੀਂ ਨਿਕਲਦੀ, ਉਹ ਚੰਗੀ ਤਰ੍ਹਾਂ ਉਹਨੂੰ ਘੁਮਾਉਂਦਾ ਰਹਿੰਦਾ ਹੈ। ਮੈਲ ਨਿਕਲ ਜਾਂਦੀ ਹੈ, ਠੰਡਾ ਹੋਣ ਦੀ ਰੱਖ ਦਿੰਦਾ ਵੀ ਹਾਂ ਹੁਣ ਇਹ ਟਿਕ ਗਿਆ ਹੈ। ਬਸ ਇੰਨੀ ਕੁ ਖੇਡ ਹੈ। ਗੁਰਮੁਖ ਪੰਥ ਨਿਰੋਲ। ਭਾਈ ਜਿੰਨੇ ਬੰਦੇ ਇਸ ਪੰਥ ਦੇ ਉੱਤੇ ਤੁਰਦੇ ਨੇ ਨਾ, ਉਹ ਸਾਰੇ ਕਿੱਦਾਂ ਦੇ ਨੇ? ਬਿਲਕੁਲ ਸ਼ੁੱਧ ਨੇ। ਸ਼ੁੱਧ ਦਾ ਮਤਲਬ ਇਹ ਨਹੀਂ ਵੀ ਕਹਿਣ ਵੀ ਅਸੀਂ ਕਿਸੇ ਨੂੰ ਹੱਥ ਨਹੀਂ ਲਾਉਣਾ, ਅਸੀਂ ਬੜੇ ਸੁੱਚੇ ਹੋ ਗਏ, ਇੱਦਾਂ ਦੇ ਸ਼ੁੱਧ ਨਹੀਂ। ਆਤਮਿਕ ਤੌਰ 'ਤੇ ਇੰਨੇ ਪਵਿੱਤਰ ਨੇ ਵੀ ਜਿਹੜਾ ਉਹਨਾਂ ਦੇ ਲਾਗੇ ਬੈਠਦਾ ਹੈ ਉਹਨੂੰ ਵੀ ਪਵਿੱਤਰ ਕਰ ਦਿੰਦੇ ਨੇ। ਗੁਰਮੁਖ ਪੰਥ ਨਿਰੋਲ, ਨਾ ਰਲੇ ਰਲਾਈਐ। ਕਿਸੇ ਨਾਲ ਰਲਾਇਆ ਵੀ ਇਹ ਨਹੀਂ ਰਲਦਾ ਹੈ। ਕਥਾ ਅਕਥ ਅਬੋਲ, ਨਾ ਬੋਲ ਬੁਲਾਈਐ। ਭਾਈ ਇਸ ਪੰਥ ਦੀ ਕਥਾ ਵੀ ਅਬੋਲ ਹੈ। ਮਤਲਬ ਇਹਨਾਂ ਦੇ ਬਾਰੇ ਸ਼ਬਦਾਂ ਦੇ ਵਿੱਚ ਕੀ ਬਿਆਨ ਕੀਤਾ ਜਾ ਸਕਦਾ ਹੈ? ਨਾ ਬੋਲ ਬੁਲਾਈਐ, ਸਦਾ ਅਭੁੱਲ ਅਭੋਲ, ਨਾ ਭੋਲ ਭੁਲਾਈਐ। ਇਸ ਰਸਤੇ ਦੇ ਉੱਤੇ ਚੱਲਣ ਵਾਲਾ ਜਿਹੜਾ ਗੁਰਮੁਖ ਪੰਥੀ ਹੈ ਨਾ, ਅਭੁੱਲ ਹੈ, ਉਹ ਭੁੱਲਦਾ ਵੀ ਨਹੀਂ ਹੈ। ਇਹ ਨਹੀਂ ਵੀ ਇਹ ਕਹਿ ਦੇਵੇ ਜੀ ਗਲਤੀ ਲੱਗ ਗਈ। ਅਸਲ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ, ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਸਾਰਾ ਬੰਦਾ ਗਲਤੀਆਂ ਕਰਦਾ ਹੈ। ਇੱਕ ਭੁੱਲਣਾ ਹੁੰਦਾ ਹੈ ਜਿਹਨੂੰ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਕਹਿੰਦੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਵੀ ਬੈਠਣ ਦੇ ਵਿੱਚ ਗਲਤੀ ਹੋ ਗਈ, ਚੱਲਣ 'ਚ ਗਲਤੀ ਹੋ ਗਈ। ਇਹ ਗਲਤੀਆਂ ਆਮ ਨੇ, ਇਹ ਸਾਡੇ ਸਰੀਰ ਦੇ ਪੱਧਰ ਦੀਆਂ ਗਲਤੀਆਂ ਨੇ। ਇਹਨਾਂ ਗਲਤੀਆਂ ਤੋਂ ਉੱਤੇ ਇੱਕ ਹੁੰਦੀਆਂ ਨੇ ਵੀ ਜਿਹੜੀ ਜ਼ਿੰਦਗੀ ਦੇ ਵਿੱਚ ਭੁੱਲ ਹੀ ਗਏ ਵੀ ਜ਼ਿੰਦਗੀ 'ਚ ਕਰਨ ਕੀ ਆਏ ਸੀ, ਮਕਸਦ ਹੀ ਭੁੱਲ ਗਏ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਇਸ ਮਕਸਦ ਨੂੰ ਨਹੀਂ ਭੁੱਲਦੇ। ਇਸ ਕਰਕੇ ਅਭੁੱਲ ਪੰਥ ਹੈ, ਸਦਾ ਅਭੁੱਲ ਅਭੋਲ, ਨਾ ਭੋਲ ਭੁਲਾਈਐ। ਗੁਰਮੁਖ ਪੰਥ ਅਲੋਲ। ਅਲੋਲ ਦਾ ਮਤਲਬ ਹੋ ਗਿਆ ਜਿਹੜਾ ਚੰਚਲ ਨਹੀਂ ਹੈ, ਬਿਲਕੁਲ ਟਿਕਾ ਵਾਲਾ। ਇਹ ਨਹੀਂ ਵੀ ਹਰ ਇੱਕ ਜ਼ਿੰਦਗੀ ਦੇ ਵਿੱਚ ਇੰਨੀ ਚੰਚਲਤਾ ਹੈ ਵੀ ਟਿਕਾ ਹੀ ਨਹੀਂ ਆਉਂਦਾ। ਇੰਨਾ ਗੰਭੀਰ ਹੈ, ਇੰਨਾ ਗਹਿਰਾ ਹੈ ਵੀ ਜਿੱਦਾਂ ਹੁਣ ਅਸੀਂ ਬੈਠੇ ਹੋਏ ਹਾਂ, ਬੜੀ ਸ਼ਾਂਤੀ ਦੇ ਨਾਲ ਬੈਠੇ ਹੋਏ ਹਾਂ ਨਾ,
ਚਲੋ ਮੈਂ ਤਾਂ ਬੋਲਦਾ ਪਿਆ ਹਾਂ, ਬੜੀ ਸ਼ਾਂਤੀ ਦੇ ਨਾਲ ਬੈਠੇ ਹਾਂ। ਉਹਨਾਂ ਦੀ ਸਾਰੀ ਜ਼ਿੰਦਗੀ ਇੰਨੀ ਸ਼ਾਂਤੀ ਵਾਲੀ ਹੈ, ਹਫੜਾ ਦਫੜੀ ਨਹੀਂ ਹੈ ਜ਼ਿੰਦਗੀ ਦੇ ਵਿੱਚ। ਜੋ ਕੁਝ ਹੋ ਰਿਹਾ ਹੈ ਬੜੇ ਸਹਿਜ ਦੇ ਨਾਲ, ਬੜੇ ਟਿਕਾ ਦੇ ਨਾਲ ਹੋ ਰਿਹਾ ਹੈ। ਗੁਰਮੁਖ ਪੰਥ ਅਲੋਲ ਸਹਿਜ ਸਮਾਈਐ, ਅਮਿਓ ਸਰੋਵਰ ਝੋਲ ਗੁਰਮੁਖ ਪਾਈਐ। ਜਿੱਦਾਂ ਆਪ ਦੇ ਵਿੱਚੋਂ ਕਈ ਪੁਰਾਣੇ ਬੰਦਿਆਂ ਨੇ ਇਸ ਉਦਾਹਰਣ ਨੂੰ ਵੇਖਿਆ ਹੋਵੇਗਾ। ਹੁਣ ਤਾਂ ਸਾਡੇ ਘਰ ਦੇ ਵਿੱਚ ਕਿਉਂਕਿ ਪਾਣੀ ਆ ਪਹੁੰਚ ਜਾਂਦਾ ਹੈ, ਅਤੇ ਇਸ ਕਰਕੇ ਕੋਈ ਦਿੱਕਤ ਨਹੀਂ ਆਉਂਦੀ। ਖਾਸ ਕਰਕੇ ਜਿੱਥੇ ਪਾਣੀ ਖੜਾ ਹੁੰਦਾ ਸੀ ਨਾ, ਕੁਝ ਸਮੇਂ ਬਾਅਦ ਉਸ ਪਾਣੀ ਦੇ ਉੱਤੇ ਨਾ ਬੂਰ ਜੰਮ ਜਾਂਦਾ ਸੀ, ਜਿਹਨੂੰ ਕਾਈ ਕਿਹਾ ਜਾਂਦਾ ਸੀ, ਹਰੇ ਰੰਗ ਦੀ ਹੁੰਦੀ ਹੈ। ਅਤੇ ਉਹ ਪਾਣੀ ਥੱਲਿਓਂ ਸਾਫ਼ ਹੁੰਦਾ ਹੈ, ਪਰ ਉੱਤੋਂ ਵੇਖਣ ਨੂੰ ਜਿਹੜਾ ਹੈ ਉਹ ਗੰਦਾ ਲੱਗਦਾ ਹੈ, ਮੈਲਾ ਲੱਗਦਾ ਹੈ। ਅਤੇ ਕੀ ਕੀਤਾ ਜਾਂਦਾ ਸੀ, ਜਿਹੜੇ ਆਉਣ ਜਾਣ ਵਾਲੇ ਹੁੰਦੇ ਸੀ ਉਹਨਾਂ ਨੇ ਥੋੜ੍ਹਾ ਜਿਹਾ ਹੱਥ ਦੇ ਨਾਲ ਉਸ ਪਾਣੀ ਨੂੰ ਝੋਲ ਦੇਣਾ, ਵੱਖਰਾ ਕਰ ਦੇਣਾ, ਤਾਂ ਥੱਲਿਓਂ ਸਾਫ਼ ਪਾਣੀ ਕੱਢ ਕੇ ਅਤੇ ਬੁੱਕ ਭਰ ਕੇ ਅਤੇ ਪਾਣੀ ਪੀ ਲੈਣਾ। ਇਹਨੂੰ ਕੀ ਕਿਹਾ ਜਾਂਦਾ ਹੈ, ਸੰਗਤ ਦੇ ਵਿੱਚ ਇੱਦਾਂ ਆ ਕੇ ਅਤੇ ਉਹਨਾਂ ਨੇ ਝੋਲਣਾ ਹੈ। ਇੱਥੋਂ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਹੈ, ਆਪਣੇ ਅੰਦਰ ਦੀਆਂ ਗਲਤੀਆਂ ਨੂੰ ਪਰੇ ਕਰਕੇ ਅਤੇ ਨਾਮ ਅੰਮ੍ਰਿਤ ਇੱਥੋਂ ਪ੍ਰਾਪਤ ਕਰਨਾ ਹੈ। ਅਮਿਓ ਸਰੋਵਰ ਝੋਲ ਗੁਰਮੁਖ ਪਾਈਐ, ਸੰਗਤ ਦੇ ਵਿੱਚੋਂ ਆਹ ਚੀਜ਼ ਅਸੀਂ ਪ੍ਰਾਪਤ ਕਰਨੀ ਹੈ। ਅਤੇ ਨਾਲ ਕੀ ਕਹਿੰਦੇ ਨੇ, ਸਭ ਤੋਂ ਵੱਡੀ ਨਿਸ਼ਾਨੀ ਇਹਨਾਂ ਗੁਰਮੁਖਾਂ ਦੀ ਕੀ ਹੈ, ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ। ਇਹਨਾਂ ਦੇ ਕੋਲ, ਟੋਲ ਦਾ ਮਤਲਬ ਹੁੰਦਾ ਹੈ ਪਦਾਰਥ। ਸਾਰਿਆਂ ਪਦਾਰਥਾਂ ਦੇ ਵਿੱਚ ਇਹਨਾਂ ਦੇ ਕੋਲ ਵੱਡਾ ਪਦਾਰਥ ਇਹ ਹੈ ਭਾਈ, ਇਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਹੈ। ਈਵਨ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ ਦੀ ਵੀ ਸਮਝ, ਕੀ ਬਣਨਾ ਹੈ, ਹਰ ਇੱਕ ਚੀਜ਼ ਦਾ ਪਤਾ ਹੈ। ਪਰ ਕਦੀ ਵੀ ਆਪਾਂ ਨਹੀਂ ਜਣਾਉਂਦੇ, ਕਦੀ ਵੀ ਆਪਾਂ ਨਹੀਂ ਦੱਸਦੇ ਵੀ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੈ। ਕਦੀ ਵੀ ਇਸ ਗੱਲ ਦਾ ਹੰਕਾਰ ਨਹੀਂ ਕਰਦੇ। ਸੰਗਤ ਦੇ ਵਿੱਚ ਬੈਠੇ ਨੇ, ਸਭ ਤੋਂ ਨੀਵੇਂ ਹੋ ਕੇ ਬੈਠੇ ਨੇ, ਬਿਲਕੁਲ ਪਿੱਛੇ ਹੋ ਕੇ। ਪਿੱਛੇ ਹੋਣ ਦਾ ਮਤਲਬ ਇਹ ਨਹੀਂ ਵੀ ਥਾਂ ਕਰਕੇ ਪਿੱਛੇ ਹੋ ਕੇ ਬੈਠਣਾ। ਪਿੱਛੇ ਹੋਣ ਦਾ ਮਤਲਬ ਹੈ ਵੀ ਜਿਹੜੇ ਕੋਈ ਬਹੁਤੇ ਅੱਗੇ ਅੱਗੇ ਆ ਕੇ ਵੀ ਸਾਨੂੰ ਦੱਸੋ, ਅਸੀਂ ਉਹ ਕਰ ਦੇਵਾਂਗੇ, ਆਹ ਕਰ ਦੇਵਾਂਗੇ, ਚੁੱਪ ਕਰਕੇ ਪਿੱਛੇ ਟਿਕ ਕੇ ਬੈਠੇ ਹੋਏ ਨੇ ਵੀ ਮਹਾਰਾਜ ਜਿੱਦਣ ਸੇਵਾ ਦੇ ਵਿੱਚ ਲਾ ਦੇਵੇਗਾ ਅਸੀਂ ਆਪਣੇ ਆਪ ਨੂੰ ਪਾਰ ਕਰ ਲਵਾਂਗੇ, ਅਸੀਂ ਆਪਣੇ ਆਪ ਨੂੰ ਇਸ ਸੇਵਾ ਦੇ ਵਿੱਚ ਲਾ ਦੇਵਾਂਗੇ। ਬਿਲਕੁਲ ਟਿਕੇ ਹੋਏ, ਬਿਲਕੁਲ ਅਡੋਲ ਬੰਦੇ। ਔਰ ਮੈਂ ਇਹ ਬੇਨਤੀ ਕਹਿ ਕੇ ਅਤੇ ਸਮਾਪਤੀ ਕਰ ਦੇਵਾਂਗਾ, ਸੰਗਤ ਦੇ ਵਿੱਚ ਆ ਕੇ ਇਹੋ ਜਿਹੇ ਬੰਦਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਿਆ ਕਰੀਏ ਜਿਹੜੇ ਸਾਡੇ ਨਾਲੋਂ ਥੋੜ੍ਹੇ ਜਿਹੇ ਅੱਗੇ ਨੇ। ਮੈਂ ਕਿਉਂਕਿ ਪਹਿਲਾਂ ਬੇਨਤੀ ਕਰ ਚੁੱਕਾ ਹਾਂ, ਸਾਨੂੰ ਇਹ ਬੜੇ ਲੱਭ ਜਾਣਗੇ। ਜੇ ਪਿੱਛੇ ਨੂੰ ਵੇਖਣੇ ਹੋਣਗੇ ਨਾ ਤਾਂ ਬਹੁਤ ਲੱਭ ਜਾਣਗੇ। ਕਿੰਨੀ ਕੁ ਦੁਨੀਆ ਹੈ ਜਿਹੜੀ ਨਿਤਨੇਮ ਨਹੀਂ ਕਰਦੀ, ਗਿਣਤੀ ਨਹੀਂ ਕਿੰਨੀ ਹੈ ਨਹੀਂ ਕਰਦੀ। ਕਿੰਨੇ ਕੁ ਨੇ ਨਿਤਨੇਮ ਕਰਦੇ ਨੇ, ਬਹੁਤ ਥੋੜ੍ਹੇ ਨੇ। ਅਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਹਾਂ, ਦੂਜਿਆਂ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ, ਅੰਮ੍ਰਿਤ ਛਕ ਕੇ ਰਹਿ ਰਸ ਦਾ ਪਾਠ ਨਹੀਂ ਕਰਦੇ, ਬਾਕੀ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਕਿਸੇ ਨੂੰ ਕੀ ਕਹਿਣਾ। ਹੁਣ ਜੇ ਵੇਖਣਾ ਹੈ ਤਾਂ ਸਾਡੀ ਮੌਜ ਹੈ ਵੀ ਉਹਨਾਂ ਵੱਲ ਵੇਖਣਾ ਜਿਹੜੇ ਰਹਿ ਰਸ ਨਹੀਂ ਕਰਦੇ, ਕਿ ਉਹਨਾਂ ਵੱਲ ਵੇਖਣਾ ਜਿਹੜੇ ਰਹਿ ਰਸ ਕਰਦੇ ਨੇ। ਅਸੀਂ ਦੁਨੀਆ 'ਚ ਕਿਹਨਾਂ ਦੇ ਵੱਲ ਵੇਖਦੇ ਪਏ? ਗੁਰਦੁਆਰੇ ਆ ਕੇ ਜਿਨ੍ਹਾਂ ਨੇ ਸਿੱਖੀ ਸਿੱਖ ਲਈ ਹੈ ਉਹਨਾਂ ਵੱਲ ਵੇਖਣਾ, ਕਿ ਜਿਨ੍ਹਾਂ ਨੇ ਗੁਰਦੁਆਰੇ ਵਿੱਚ ਆ ਕੇ ਵੀ ਲੜਾਈਆਂ ਹੀ ਕੀਤੀਆਂ ਨੇ ਉਹਨਾਂ ਵੱਲ ਵੇਖਣਾ ਹੈ। ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ। ਇਸ ਕਰਕੇ ਮਹਾਰਾਜ ਮੈਂ ਇਹ ਬੇਨਤੀ ਕੀਤੀ ਹੈ ਵੀ ਭਾਈ ਉਹਨਾਂ ਬੰਦਿਆਂ ਨੂੰ ਲੱਭੋ ਸੰਗਤ ਦੇ ਵਿੱਚ ਜਿਨ੍ਹਾਂ ਨੂੰ ਮਾਲਕ ਨੇ ਸਬਰ ਦਿੱਤਾ, ਮਾਲਕ ਨੇ ਸ਼ੁਕਰ ਦਿੱਤਾ, ਅਤੇ ਉਹਨਾਂ ਵਰਗੇ ਹੋਣ ਦੀ ਕੋਸ਼ਿਸ਼ ਕਰੀਏ। ਜ਼ਿੰਦਗੀ ਆਪਣੇ ਆਪ ਹੀ ਬਦਲ ਜਾਵੇਗੀ। ਇਹ ਸੰਗਤ ਦੀ ਕਿਰਪਾ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਇਹ ਪੈਸਿਆਂ ਦੇ ਬਦਲੇ ਨਹੀਂ ਮਿਲਦਾ ਪੰਥ, ਇਹ ਆਪਣੇ ਆਪੇ ਦੇ ਬਦਲੇ ਦੇ ਵਿੱਚ ਆਪਣੇ ਆਪੇ ਨੂੰ ਰੱਖਣਾ ਪੈਂਦਾ ਹੈ। ਵੀ ਮੈਂ ਕਿੱਦਾਂ ਸਿੱਖਣਾ ਹੈ ਇਸ ਸਿੱਖੀ ਨੂੰ। ਇਹ ਸਿੱਖੀ ਸਿੱਖਣ ਦੀਆਂ ਹੀ ਕਥਾ ਵਾਰਤਾਂ ਨੇ। ਸਮਾਂ ਇਸ ਕਰਕੇ ਸਾਡਾ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਇਹਦੇ ਵਿਸ਼ੇ ਬੜੇ ਵੱਡੇ ਨੇ। ਜੇ ਮੈਂ ਨਹੀਂ ਕਲੀਅਰ ਕਰ ਪਾਉਂਦਾ ਤਾਂ ਫਿਰ ਉਹ ਨਾਇਨਸਾਫੀ ਹੋ ਜਾਂਦੀ ਹੈ। ਕੁਝ ਵੀ ਕੋਸ਼ਿਸ਼ ਕਰਾਂਗੇ ਫਿਰ ਵੀ ਇਹਨੂੰ ਆਪ ਜੀ ਦੇ ਅੱਗੇ ਰੱਖਣ ਦੀ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।